ਹੈਲੋ एवरीवन, थैंक्स फॉर वाचिंग योर फेवरेट यूट्यूब चैनल IELTS इन पंजाबी। ਅੱਜ IELTS 15 ਡੇ ਸੀਰੀਜ਼ ਦਾ ਡੇ ਸੈਕੰਡ ਆ। ਜਿਵੇਂ ਕਿ ਕੱਲ੍ਹ ਆਪਾਂ ਟਾਸਕ 1 ਦੇ ਸਾਰੇ ਟਾਈਪ ਡਿਸਕਸ ਕੀਤੇ ਸੀ, ਉਹ ਵੀਡੀਓ ਅਪਲੋਡ ਕੀਤੀ ਸੀ, ਮਤਲਬ ਕਿ ਵਧੀਆ ਰਿਸਪੌਂਸ ਮਿਲਿਆ, ਬਹੁਤ ਹੀ ਪਿਆਰ ਮਿਲਿਆ। ਅਤੇ ਅੱਜ ਆਪਾਂ ਟਾਸਕ 2 ਦੀਆਂ 3 ਟਾਈਪ ਜੋ ਕਿ ਤੁਹਾਡੀ ਸਕਰੀਨ ਉੱਤੇ ਸ਼ੋਅ ਹੋ ਰਹੀਆਂ ਨੇ, ਡਿਸਕਸ ਬੋਥ ਵਿਊ, ਪੋਜ਼ੀਟਿਵ ਔਰ ਨੈਗੇਟਿਵ ਡਿਵੈਲਪਮੈਂਟ ਔਰ ਐਗਰੀ ਔਰ ਡਿਸਐਗਰੀ, ਇਹ ਵਾਲੀ ਜਿਹੜੀ ਟਾਈਪ ਆ ਉਹ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤਿੰਨੇ ਟਾਈਪ ਡਿਸਕਸ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਅਤੇ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਤਾਂ ਉਮੀਦ ਕਰਦੇ ਹਾਂ ਵੀ ਕੱਲ੍ਹ ਦੇ ਵਾਂਗ ਅੱਜ ਦੀ ਇਸ ਵੀਡੀਓ ਨੂੰ ਵੀ ਤੁਸੀਂ ਵਧੀਆ ਪਿਆਰ ਦਿਓਗੇ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਸ਼ੇਅਰ ਕਰੋਗੇ ਤਾਂ ਕਿ ਉਹ ਵੀ ਜਿਹੜਾ ਕਿ 15 ਦਿਨਾਂ ਦੇ ਵਿੱਚ ਜਿਹੜਾ IELTS ਦਾ ਸਿਲੇਬਸ ਆ ਉਹ ਕਵਰ ਕਰ ਸਕਣ। ਤਾਂ ਵੀਡੀਓ ਨੂੰ ਜਲਦੀ ਸਟਾਰਟ ਕਰਨ ਜਾ ਰਹੇ ਹਾਂ। ਉਸ ਤੋਂ ਪਹਿਲਾਂ ਇੱਕ ਦੋ ਗੱਲਾਂ ਹੀ ਕਹਿਣੀਆਂ ਨੇ ਬਸ। ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਔਨਲਾਈਨ ਕਲਾਸਿਸ ਦੇ ਲਈ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਜਿਹੜੇ ਮੋਡਿਊਲ ਦੀ ਔਨਲਾਈਨ ਕਲਾਸ ਅਵੇਲੇਬਲ ਹੈ ਉਹਦੇ ਬਾਰੇ ਜਿਹੜੀ ਨੌਲੇਜ ਆਪਾਂ ਤੁਹਾਨੂੰ ਦੱਸ ਦੇਵਾਂਗੇ ਵੀ ਕਿੰਨਾ ਕੁ ਚਾਰਜ ਆ। ਉਸ ਤੋਂ ਇਲਾਵਾ ਜੁੰਬੋ ਕਿਊ ਕਾਰਡ PDF ਬਾਏ ਕਰਨਾ, 8-9 ਕਹਾਣੀਆਂ ਦੇ ਨਾਲ 53 ਕਿਊ ਕਾਰਡ ਕਵਰ ਹੁੰਦੇ ਆ ਪੁਰਾਣੇ PDF ਦੇ, ਉਹ ਵੀ ਤੁਸੀਂ ਬਾਏ ਕਰ ਸਕਦੇ ਹੋ। ਨੰਬਰ ਹੈਗਾ 9478837131। ਠੀਕ ਹੈ, ਤਾਂ ਹੁਣ ਵੀਡੀਓ ਨੂੰ ਸਟਾਰਟ ਕਰਦੇ ਆਂਗੇ। ਤਾਂ ਸਭ ਤੋਂ ਪਹਿਲਾਂ ਜਿਹੜੀ ਮੇਨ ਟਾਈਪ ਹੁੰਦੀ ਆ ਉਹ ਹੁੰਦੀ ਆ ਡਿਸਕਸ ਬੋਥ ਵਿਊ ਐਂਡ ਗਿਵ ਯੂਰ ਓਪੀਨੀਅਨ। ਇਹ ਵਾਲੀ ਜਿਹੜੀ ਟਾਈਪ ਆ ਗਈ ਉਹ ਰੀਅਲ ਐਗਜ਼ਾਮ ਦੇ ਵਿੱਚ ਆਉਣ ਦੇ ਕਾਫੀ ਜ਼ਿਆਦਾ ਚਾਂਸਿਸ ਹੁੰਦੇ ਆ, ਮਤਲਬ ਕਿ ਇਹ ਟਰੈਂਡਿੰਗ ਵਾਲੀ ਜਿਹੜੀ ਟਾਈਪ ਹੁੰਦੀ ਹੈਗੀ ਡਿਸਕਸ ਬੋਥ ਵਿਊ ਵਾਲੀ ਹੁੰਦੀ ਹੈ। ਅਤੇ ਇਹ ਜਿਹੜਾ ਟਾਸਕ ਆ ਉਹ ਕੱਲ੍ਹ ਦੀ ਕਲਾਸ ਦੇ ਵਿੱਚ ਅਸੀਂ ਕਰਵਾ ਕੇ ਹਟਿਆਂਗੇ, ਡਿਸਕਸ ਬੋਥ ਵਿਊ ਅਤੇ ਗਿਵ ਯੂਰ ਓਨ ਓਪੀਨੀਅਨ। ਸਭ ਤੋਂ ਪਹਿਲਾਂ ਟਾਸਕ ਨੂੰ ਸਮਝੋ। ਕਹਿੰਦਾ ਇਨ ਦਾ ਪ੍ਰੈਜ਼ੈਂਟ ਐਰਾ ਚਿਲਡਰਨ ਆਰ ਫਾਊਂਡ ਟੂ ਹੈਵ ਫਿਊਅਰ ਰਿਸਪੋਂਸੀਬਿਲਿਟੀਜ਼ ਦੈਨ ਇਟ ਯੂਜ਼ ਟੂ ਬੀ ਇਨ ਦਾ ਪਾਸਟ ਟਾਈਮ। ਸਮ ਪੀਪਲ ਕੰਸੀਡਰ ਇਟ ਇਜ਼ ਅ ਪੋਜ਼ੀਟਿਵ ਡਿਵੈਲਪਮੈਂਟ ਔਰ ਅਦਰ ਬਲੀਵ ਇਟ ਟੂ ਬੀ ਅ ਨੈਗੇਟਿਵ ਟਰੈਂਡ। ਯਾਨੀ ਕਿ ਕਹਿੰਦਾ ਵੀ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਚਿਲਡਰਨ ਨੇ ਉਹਨਾਂ ਦੇ ਉੱਤੇ ਜਿਹੜੀਆਂ ਰਿਸਪੋਂਸੀਬਿਲਿਟੀਜ਼ ਨੇ ਉਹ ਘੱਟ ਨੇ, ਹੈ ਨਾ, ਐਜ਼ ਕੰਪੇਅਰ ਟੂ ਪਾਸਟ ਟਾਈਮ। ਕਹਿੰਦਾ ਕੁਝ ਲੋਕ ਤਾਂ ਕਹਿੰਦੇ ਆ ਵੀ ਇਹ ਇੱਕ ਪੋਜ਼ੀਟਿਵ ਡਿਵੈਲਪਮੈਂਟ ਆ, ਕੁਝ ਲੋਕ ਕਹਿੰਦੇ ਆ ਇਹ ਇੱਕ ਨੈਗੇਟਿਵ ਡਿਵੈਲਪਮੈਂਟ ਆ। ਡਿਸਕਸ ਬੋਥ ਵਿਊ ਐਂਡ ਗਿਵ ਯੂਰ ਓਨ ਓਪੀਨੀਅਨ। ਡਿਸਕਸ ਬੋਥ ਵਿਊ ਦਾ ਮਤਲਬ ਇਹ ਆ ਵੀ ਆਪਾਂ ਦੋਨੇ ਪੱਖ ਡਿਸਕਸ ਕਰਨੇ ਆ। ਜਿਹੜੇ ਕਹਿੰਦੇ ਆ ਵੀ ਇਹ ਪੋਜ਼ੀਟਿਵ ਡਿਵੈਲਪਮੈਂਟ ਆ, ਆਪਾਂ ਉਹਨਾਂ ਦੇ ਪੁਆਇੰਟ ਵੀ ਦੱਸਣੇ ਆ ਵੀ ਉਹ ਕਿਉਂ ਕਹਿੰਦੇ ਆ ਇਹ ਪੋਜ਼ੀਟਿਵ ਡਿਵੈਲਪਮੈਂਟ ਆ। ਜਿਹੜੇ ਕਹਿੰਦੇ ਆ ਇਹ ਨੈਗੇਟਿਵ ਡਿਵੈਲਪਮੈਂਟ ਆ, ਆਪਾਂ ਉਹਨਾਂ ਦੇ ਪੱਖ ਦੀ ਗੱਲ ਵੀ ਕਰਨੀ ਆ ਵੀ ਉਹ ਕਿਉਂ ਕਹਿੰਦੇ ਆ ਇਹ ਨੈਗੇਟਿਵ ਡਿਵੈਲਪਮੈਂਟ ਆ। ਆਹ ਮੀਨਿੰਗ ਹੁੰਦਾ ਡਿਸਕਸ ਬੋਥ ਵਿਊ ਅਤੇ ਓਪੀਨੀਅਨ ਦਾ। ਅਤੇ ਓਪੀਨੀਅਨ ਦੇ ਲਈ ਕੁਝ ਇੰਸਟੀਟਿਊਟ ਦੇ ਵਿੱਚ ਕਿਹਾ ਜਾਂਦਾ ਵੀ ਤੁਸੀਂ ਇੱਕ ਅਲੱਗ BP ਬਣਾਉਣਾ, ਕੁਝ ਇੰਸਟੀਟਿਊਟ ਵਿੱਚ ਇਹ ਸਿਖਾਇਆ ਜਾਂਦਾ ਵੀ ਤੁਸੀਂ ਆਪਣਾ ਜਿਹੜਾ ਓਪੀਨੀਅਨ ਆ ਉਹ ਇੰਟਰੋ ਦੇ ਵਿੱਚ ਹੀ ਮੈਂਸ਼ਨ ਕਰ ਦਿਓ। ਜਿੱਥੇ ਮੈਂ ਪੜ੍ਹਿਆ ਉੱਥੇ ਇਹੀ ਕਹਿੰਦੇ ਸੀ ਵੀ ਇੰਟਰੋ ਵਿੱਚ ਮੈਂਸ਼ਨ ਕਰ ਦਿਓ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਜਿਵੇਂ ਕਿ ਆਹ ਵਾਲੇ ਐਸੇ ਦੇ ਵਿੱਚ ਵੀ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ। ਤਾਂ ਹੁਣ ਮੈਂ ਸਿੰਪਲ ਜੀ ਲਾਈਨ ਦੇ ਵਿੱਚ ਇੰਟਰੋ ਦੇ ਵਿੱਚ ਓਪੀਨੀਅਨ ਦੇ ਦਿੰਦਾ ਹੁੰਦਾ ਸੀ। ਲਾਈਨ ਕੀ ਹੁੰਦੀ ਸੀ? ਆਈ ਐਮ ਇਨ ਦਾ ਫੇਵਰ ਆਫ ਫਾਰਮਰ ਜਾਂ ਫਿਰ ਲੇਟਰ। ਫਾਰਮਰ ਕਿਹੜਾ ਗਾ? ਫਾਰਮਰ ਹੁੰਦਾ ਪਹਿਲਾ, ਜਿਹੜੇ ਕਹਿੰਦੇ ਆ ਪੋਜ਼ੀਟਿਵ। ਲੇਟਰ ਜਿਹੜਾ ਬਾਅਦ ਦੇ ਵਿੱਚ ਗੱਲ ਕੀਤੀ ਆ, ਲੇਟਰ ਵਾਲੇ ਕਿਹੜੇ ਨੇ? ਨੈਗੇਟਿਵ ਵਾਲੇ। ਬਸ ਇੰਨੀ ਕੁ ਕਹਾਣੀ ਸਮਝ ਆ ਗਈ, ਇਹੀ ਜ਼ਰੂਰੀ ਆ ਗਈ। ਹੁਣ ਗੱਲ ਐਵੇਂ ਆ ਵੀ ਆਪਾਂ ਬਾਅਦ ਦੀਆਂ ਗੱਲਾਂ ਬਾਅਦ ਚੋਂ ਕਰਾਂਗੇ, ਪਲੈਨਿੰਗ ਇਹਦੀ ਬਾਅਦ ਚੋਂ ਕਰਾਂਗੇ, ਪਹਿਲਾਂ ਇੰਟਰੋ ਲਿਖ ਲਈਏ। ਠੀਕ ਹੈ, ਤਾਂ ਇੰਟਰੋ ਦੇਖੋ ਮੈਂ ਕਿਵੇਂ ਲਿਖੀ ਆ। ਉਹਨਾਂ ਨੇ ਪ੍ਰੈਜ਼ੈਂਟ ਕਿਹਾ ਸੀ, ਮੈਂ ਕਿਹਾ ਸੀ ਇਨ ਦਿਸ ਕੰਟੈਂਪਰੇਰੀ ਐਰਾ। ਕਹਿੰਦਾ ਇਨਫੈਂਟਸ, ਬੱਚਿਆਂ ਨੂੰ ਮੈਂ ਇਨਫੈਂਟਸ ਕਹਿਤਾ। ਇਨਫੈਂਟਸ ਹੈਵ ਲੈਸ ਨੰਬਰ ਆਫ ਰਿਸਪੋਂਸੀਬਿਲਿਟੀਜ਼ ਐਜ਼ ਕੰਪੇਅਰ ਟੂ ਪਾਸਟ ਟਾਈਮ। ਵੀ ਪਾਸਟ ਟਾਈਮ ਦੇ ਨਾਲੋਂ ਹੁਣ ਉਹਨਾਂ ਕੋਲ ਰਿਸਪੋਂਸੀਬਿਲਿਟੀਜ਼ ਘੱਟ ਨੇ। ਕਹਿੰਦਾ ਇਟ ਇਜ਼ ਕਲੇਮਡ ਬਾਏ ਫਿਊ ਮਾਸਜ਼ ਦੈਟ ਇਟ ਇਜ਼ ਅ ਪੋਜ਼ੀਟਿਵ ਡਿਵੈਲਪਮੈਂਟ। ਕਹਿੰਦਾ ਕੁਝ ਮਾਸਜ਼ ਇਹ ਉਹ ਕਰਦੇ ਆ, ਕਲੇਮ ਕਰਦੇ ਆ ਵੀ ਇਹ ਪੋਜ਼ੀਟਿਵ ਡਿਵੈਲਪਮੈਂਟ ਆ। ਵਾਈਲ ਅਦਰ ਆਰਗਿਊ ਦੈਟ ਇਟ ਇਜ਼ ਅ ਨੈਗੇਟਿਵ ਟਰੈਂਡ। ਇਹ ਵਾਲੀ ਜਿਹੜੀ ਸਟਰਕਚਰ ਆ ਉਹ ਡਿਸਕਸ ਬੋਥ ਵਿਊ ਵਿੱਚ ਫੋਲੋ ਹੋ ਜਾਂਦੀ ਹੁੰਦੀ ਆ। ਪਹਿਲੇ ਪੱਖ ਨੂੰ ਕਹਿ ਦੇਣਾ ਵੀ ਉਹ ਕਲੇਮ ਕਰਦੇ ਆ, ਅਤੇ ਵਾਈਲ ਦਾ ਕਨੈਕਟਰ ਲਗਾ ਕੇ ਕਹਿ ਦੇਣਾ ਵੀ ਅਦਰ ਆਰਗਿਊ ਦੈਟ, ਜਿਹੜੇ ਦੂਜੇ ਨੇ ਉਹ ਆਰਗਿਊ ਇਹ ਕਰਦੇ ਨੇ, ਜਿਹੜਾ ਦੂਜਾ ਪੱਖ ਆ ਉਹ ਲਿਖ ਦੇਣਾ। ਹੁਣ ਅੱਗੇ ਕੀ ਆਉਂਦਾ? ਕਹਿੰਦਾ ਆਈ ਐਮ ਇਨ ਦਾ ਫੇਵਰ ਆਫ ਲੇਟਰ ਨੋਸ਼ਨ। ਤਾਂ ਲੇਟਰ ਨੋਸ਼ਨ ਦਾ ਮਤਲਬ ਕੀ ਆ? ਵੀ ਮੈਂ ਇਹ ਕਹਿਣਾ ਵੀ ਮੈਂ ਦੂਜਿਆਂ ਦੇ ਨਾਲ, ਜਿਹੜੇ ਪਿਛਲੇ ਨੇ ਜਿਨ੍ਹਾਂ ਨੇ ਬਾਅਦ ਦੇ ਵਿੱਚ ਗੱਲ ਕੀਤੀ ਆ, ਮੇਰਾ ਪੱਖ ਉਹ ਆ, ਮੈਂ ਉਹਨਾਂ ਦੇ ਫੇਵਰ ਵਿੱਚ ਆ। ਜਾਣੀ ਕਿ ਮੈਂ ਕਹਿਣਾ ਵੀ ਇਹ ਇੱਕ ਨੈਗੇਟਿਵ ਟਰੈਂਡ ਆ। ਠੀਕ ਹੈ, ਅਤੇ ਉਸ ਤੋਂ ਬਾਅਦ ਸਿੰਪਲ ਜੀ ਅੱਗੇ ਮੈਂ ਆਪਦੀ ਜਿਹੜੀ ਥੀਸਿਸ ਲਾਈਨ, ਆਹ ਥੀਸਿਸ ਲਾਈਨ ਹੀ ਹੁੰਦੀ ਹੈਗੀ ਆਪਣੀ। ਐਂਡ ਇਨ ਅਪਕਮਿੰਗ ਪੈਰਾਗ੍ਰਾਫ ਆਈ ਵਿਲ ਐਕਸਪਲੇਨ ਮਾਈ ਵਿਊ ਪੁਆਇੰਟ ਅਲੋਂਗ ਵਿਦ ਮਾਈ ਓਪੀਨੀਅਨ। ਬਸ ਇੰਨੀ ਕੁ ਕਹਾਣੀ, ਸਿੰਪਲ ਜਿਹੇ ਸ਼ਬਦਾਂ ਦੇ ਵਿੱਚ ਆਪਾਂ ਗੱਲ ਨਿਬੇੜਤੀ, ਹੈ ਨਾ। ਤਾਂ ਹੁਣ ਤੁਸੀਂ ਕਹਿੰਦੇ ਹੋ ਵੀ ਸਰ ਤੁਸੀਂ ਕਹਿ ਤਾਂ ਦਿੱਤਾ ਵੀ ਪਹਿਲਾਂ ਇੰਟਰੋ ਲਿਖ ਲਓ, ਬਾਅਦ ਦੇ ਵਿੱਚ ਪਲੈਨਿੰਗ ਕਰਾਂਗੇ, ਪਰ ਇੱਥੇ ਤਾਂ ਆਪਾਂ ਜ਼ਰੂਰੀ ਗੱਲ ਲਿਖਣੀ ਆ ਵੀ ਆਪਾਂ ਫਾਰਮਰ ਦੇ ਨਾਲ ਆ ਜਾਂ ਲੇਟਰ ਦੇ ਨਾਲ ਆ। ਤਾਂ ਮਾੜੀ ਕੁ ਜਗ੍ਹਾ ਛੱਡ ਦਿਓ। ਮੈਂ ਵੀ ਐਂ ਲਿਖਿਆ ਸੀ, ਇਹ ਮੈਂ ਮਾੜੀ ਕੁ ਜਗ੍ਹਾ ਛੱਡਤੀ ਵੀ ਜਿਹੜਾ ਮਤਲਬ ਕਿ ਮੈਂ ਐਂ ਕਰਦਾ ਹੁੰਦਾ ਸੀ, ਕਿਉਂਕਿ ਆਪਾਂ ਦੋਨੇ ਪੱਖ ਡਿਸਕਸ ਕਰਨੇ ਆ। ਪਹਿਲਾ ਪੱਖ ਵੀ ਡਿਸਕਸ ਕਰਨਾ, ਦੂਜੀ ਸਾਈਡ ਵੀ ਡਿਸਕਸ ਕਰਨੀ ਆ। ਮੈਂ ਐਂ ਕਹਿੰਦਾ ਹੁੰਦਾ ਸੀ ਜਿਹੜੀ ਚੀਜ਼ ਆਪਾਂ ਤੋਂ ਵਧੀਆ ਐਕਸਪਲੇਨ ਕੀਤੀ ਗਈ ਬਾਅਦ ਦੇ ਵਿੱਚ ਆ ਕੇ ਇੱਥੇ ਉਹ ਲਿਖ ਦਿਓ। ਹੁਣ ਜਿਵੇਂ ਕਿ ਇਹ ਟਾਸਕ ਮੈਂ ਲਿਖਿਆ, ਟਾਸਕ ਪਹਿਲੇ BP ਵਿੱਚ ਮੈਂ ਇਹ ਲਿਖਿਆ ਵੀ ਇਹ ਪੋਜ਼ੀਟਿਵ ਡਿਵੈਲਪਮੈਂਟ ਕਾਹਤੋਂ ਆ, ਦੂਜੇ ਵਿੱਚ ਮੈਂ ਇਹ ਲਿਖਿਆ ਇਹ ਨੈਗੇਟਿਵ
ਕਾਹਤੋਂ ਆ, ਤੇ ਮੇਥੋਂ ਨੈਗੇਟਿਵ ਵਾਲਾ ਜਿਹੜਾ ਬੀਪੀ ਸੀ ਉਹਦੇ ਵਿੱਚ ਵੱਧ ਪੁਆਇੰਟ ਐਡ ਹੋ ਗਏ, 3 ਪੁਆਇੰਟ ਐਡ ਹੋ ਗਏ, ਇਹਦੇ ਕਰਕੇ ਮੈਂ ਇੱਥੇ ਲਿਖਤਾ ਵੀ ਆਈ ਐਮ ਇਨ ਦਾ ਫੇਵਰ ਆਫ ਲੇਟਰ ਨੋਸ਼ਨ। ਆ ਗਈ ਗੱਲ ਸਮਝ? ਬਸ ਇੰਨੀ ਕੁ ਕਹਾਣੀ ਹੁੰਦੀ ਆ, ਡਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ। ਜੇ ਤੁਹਾਡਾ ਬੈਂਡ ਸਕੋਰ 5.5 ਉੱਤੇ ਰੁਕਿਆ ਹੋਇਆ ਤਾਂ ਤੁਹਾਡਾ ਬੈਂਡ ਸਕੋਰ 6 6.5 ਬੈਂਡ ਈਜ਼ੀਲੀ ਆ ਸਕਦੇ ਆ, ਜੇ ਇਸ ਤਰੀਕੇ ਦੇ ਤੁਸੀਂ ਲਿਖਣ ਲੱਗ ਗਏ। ਠੀਕ ਹੈ, ਤਾਂ ਹੁਣ ਆਪਾਂ ਪਹਿਲੇ ਦੇ ਵੱਲ ਵਧਣ ਤੋਂ ਪਹਿਲਾਂ ਆਪਾਂ ਡਿਸਕਸ ਕਰ ਲਈਏ ਵੀ ਜਿਹੜੇ ਕਹਿੰਦੇ ਆ ਪੋਜ਼ਿਟਿਵ ਡਿਵੈਲਪਮੈਂਟ ਆ ਉਹਨਾਂ ਦੇ ਪੁਆਇੰਟ ਕੀ ਆਉਣਗੇ, ਜਿਹੜੇ ਕਹਿੰਦੇ ਆ ਕਿ ਨੈਗੇਟਿਵ ਆ ਉਹਨਾਂ ਦੇ ਪੁਆਇੰਟ ਕੀ ਆਉਣਗੇ। ਸਭ ਤੋਂ ਪਹਿਲਾਂ ਪੋਜ਼ਿਟਿਵ ਐਂ ਕਵਾਂਗੇ ਵੀ ਜਿਹੜੇ ਪੋਜ਼ਿਟਿਵ ਕਹਿੰਦੇ ਆ ਵੀ ਬੱਚਿਆਂ ਕੋਲੇ ਹੁਣ ਲੈਸ ਰਿਸਪੌਂਸਿਬਿਲਟੀਜ਼ ਨੇ, ਹਨਾ, ਉਹਨਾਂ ਕੋਲੇ ਫ੍ਰੀ ਟਾਈਮ ਜ਼ਿਆਦਾ ਹੋ ਗਿਆ। ਹੁਣ ਫ੍ਰੀ ਟਾਈਮ ਦੇ ਵਿੱਚ ਉਹ ਆਪਦੀ ਸਟੱਡੀ ਵਧੀਆ ਕਰ ਸਕਦੇ ਆ, ਸਟੱਡੀ ਵਧੀਆ ਕਰਨਗੇ ਤਾਂ ਉਹਨਾਂ ਦਾ ਫਿਊਚਰ ਸਿਕਿਉਰ ਹੋ ਜਾਊਗਾ, ਫਿਊਚਰ ਸਿਕਿਉਰ ਹੋਊਗਾ ਤਾਂ ਉਹਨਾਂ ਨੂੰ ਵਧੀਆ ਜੌਬ ਮਿਲ ਜੂਗੀ। ਹੋ ਗਈ ਗੱਲ, ਕਹਾਣੀ ਖਤਮ। ਪਹਿਲਾ ਪੁਆਇੰਟ ਇਹ ਹੋ ਗਿਆ। ਦੂਜਾ ਪੁਆਇੰਟ ਕੀ ਹੋਊਗਾ? ਦੂਜਾ ਪੁਆਇੰਟ ਇਹ ਕਹਿ ਦਾਂਗੇ ਵੀ ਉਹ ਆਪਦੀਆਂ ਕੋਈ ਫਿਜ਼ੀਕਲ ਐਕਟੀਵਿਟੀ ਕਰ ਸਕਦੇ ਆ, ਕੋਈ ਸਪੋਰਟਸ ਖੇਡ ਸਕਦੇ ਆ, ਕੋਈ ਗੇਮ ਖੇਡ ਸਕਦੇ ਆ ਫ੍ਰੀ ਟਾਈਮ ਦੇ ਵਿੱਚ, ਹੈ ਨਾ। ਵੀ ਪਹਿਲਾਂ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਕੋਲੇ ਘਰ ਦੀਆਂ ਰਿਸਪੌਂਸਿਬਿਲਟੀਆਂ ਜ਼ਿਆਦਾ ਹੁੰਦੀਆਂ ਸੀ, ਕੰਮ ਕਾਰ ਜ਼ਿਆਦਾ ਕਰਨੇ ਪੈਂਦੇ ਸੀ, ਗੇਮਾਂ ਗੂਮਾਂ ਖੇਡਣ ਨੂੰ ਟਾਈਮ ਨਹੀਂ ਹੁੰਦਾ ਸੀ। ਪਰ ਹੁਣ ਦੇ ਟਾਈਮ ਦੇ ਵਿੱਚ ਉਹਨਾਂ ਕੋਲੇ ਵਧੀਆ ਹੈਗਾ ਟਾਈਮ, ਅਤੇ ਜਦੋਂ ਗੇਮਾਂ ਖੇਡਣਗੇ ਤਾਂ ਡਿਸੀਜ਼ਸ ਤੋਂ ਅਵੇਅਰ ਰਹਿਣਗੇ, ਪਰੇ ਰਹਿਣਗੇ। ਹੋ ਗਈ ਕਹਾਣੀ ਖਤਮ। ਦੂਜਾ ਜਿਹੜੇ ਕਹਿੰਦੇ ਆ ਵੀ ਇਹ ਨੈਗੇਟਿਵ ਡਿਵੈਲਪਮੈਂਟ ਆ, ਉਹਨਾਂ ਦਾ ਪੱਖ ਕੀ ਆ? ਆਪਾਂ ਕਹਿੰਦਾ ਕਿ ਵੀ ਬੱਚਿਆਂ ਕੋਲੇ ਫ੍ਰੀ ਟਾਈਮ ਆ, ਹੁਣ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ। ਆਪਾਂ ਕਹਿੰਦਾ ਕਿ ਵੀ ਉਹ ਇੱਕ ਰੋਂਗ ਐਕਟੀਵਿਟੀ ਦੇ ਵਿੱਚ ਹਿੱਸਾ ਵੀ ਲੈ ਸਕਦੇ ਆ, ਉਹ ਕੋਈ ਡਰੱਗਸ ਵਰਗੀਆਂ ਚੀਜ਼ਾਂ, ਡਰਿੰਕਿੰਗ ਸਮੋਕਿੰਗ ਵਰਗੀਆਂ ਜਿਹੜੀਆਂ ਹੈਬਿਟਸ ਨੇ ਇਹਨਾਂ ਦੇ ਵੀ ਉਹ ਸ਼ਿਕਾਰ ਹੋ ਸਕਦੇ ਆ। ਇਹ ਹੋ ਗਿਆ ਪਹਿਲਾ ਪੁਆਇੰਟ। ਨਾਲ ਦੀ ਨਾਲ ਕਹਿੰਦਾ ਕਿ ਵੀ ਟੈਕਨੋਲੋਜੀ ਦਾ ਟਾਈਮ ਆ ਜੀ, ਫ੍ਰੀ ਟਾਈਮ ਦੇ ਵਿੱਚ ਬੱਚੇ ਜ਼ਿਆਦਾ ਟਾਈਮ ਸਪੈਂਡ ਕਰਦੇ ਆ ਕਿ ਫੋਨਾਂ ਦੇ ਉੱਤੇ, ਉਹਨਾਂ ਦਾ ਸਕਰੀਨ ਟਾਈਮ ਵੱਧ ਜਾਊਗਾ। ਜਦੋਂ ਜ਼ਿਆਦਾ ਟਾਈਮ ਕੰਪਿਊਟਰ ਸਕਰੀਨਾਂ ਉੱਤੇ, ਮੋਬਾਈਲ ਦੀਆਂ ਸਕਰੀਨਾਂ ਦੇ ਉੱਤੇ ਸਪੈਂਡ ਕਰਨਗੇ ਤਾਂ 3 ਪ੍ਰੋਬਲਮਾਂ ਵਧਣਗੀਆਂ। ਪਹਿਲੀ ਪ੍ਰੋਬਲਮ ਉਹਨਾਂ ਦੀ ਆਈਸਾਈਟ ਵੀਕ ਹੋਊਗੀ, ਐਨਗਜ਼ਾਇਟੀ ਹੋਊਗੀ, ਓਬੈਸਿਟੀ ਹੋਊਗੀ। ਹੋ ਗਈ ਕਹਾਣੀ ਖਤਮ। ਤੀਜੀ ਗੱਲ, ਤੀਜਾ ਪੁਆਇੰਟ ਕੀ ਐਕਸਪਲੇਨ ਕਰ ਦਾਂਗੇ ਵੀ ਉਹ ਇਰਰਿਸਪੌਂਸੀਬਲ ਹੋ ਜਾਣਗੇ, ਉਹਨਾਂ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਵਾਂਝੇ ਹੋ ਜਾਣਗੇ, ਅੱਗੇ ਜਾ ਕੇ ਉਹ ਫਿਊਚਰ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਆਊਗੀ। ਠੀਕ ਹੈ, ਤਾਂ ਜਦੋਂ ਫਿਊਚਰ ਵਿੱਚ ਪ੍ਰੋਬਲਮ ਆਊਗੀ ਤਾਂ ਉਹ ਇਹ ਕਹਿਣਗੇ ਸਾਡੇ ਸਾਰੇ ਕੰਮ ਸਾਡੇ ਮਾਂ ਪਿਓ ਹੀ ਕਰਨਗੇ, ਕਿਉਂਕਿ ਮਾਂ ਪਿਓ ਨੇ ਬਚਪਨ ਦੇ ਵਿੱਚ ਉਹਨਾਂ ਨੂੰ ਰਿਸਪੌਂਸਿਬਿਲਟੀਜ਼ ਨਹੀਂ ਦਿੱਤੀਆਂ। ਤਾਂ ਮਤਲਬ ਕਿ ਆ ਗਈ ਗੱਲ ਸਮਝ। ਇਸ ਤਰੀਕੇ ਨਾਲ ਆਪਾਂ ਜਿਹੜੇ ਪੁਆਇੰਟ ਨੇ ਉਹ ਐਕਸਪਲੇਨ ਕਰਨੇ ਨੇ। ਹੁਣ ਆਪਾਂ ਬੀਪੀ ਦੇ ਵੱਲ ਵਧਾਂਗੇ। ਬਹੁਤ ਹੀ ਸੋਹਣੀ ਤੇ ਸਿੰਪਲ ਜੀ ਲੈਂਗੁਏਜ ਦੇ ਵਿੱਚ ਮੈਂ ਐਕਸਪਲੇਨੇਸ਼ਨ ਕੀਤੀ ਹੋਈ ਆ ਤੇ ਤੁਹਾਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਸਮਝ ਆਊਗੀ। ਠੀਕ ਹੈ, ਤਾਂ ਸਮਝਣ ਦੀ ਕੋਸ਼ਿਸ਼ ਕਰਿਓ। એનર્ਜੀ ਭਰਪੂਰ ਇਹ ਜਿਹੜਾ ਲੈਕਚਰ ਆਪਣੀ ਕਲਾਸ ਆ ਉਹ ਹੋਣ ਜਾ ਰਹੀ ਹੈ। ਕਹਿੰਦਾ ਸਮ ਕ੍ਰਿਟੀਕਲ ਐਲੀਮੈਂਟਸ ਆਰ ਐਸੋਸੀਏਟਡ ਵਿਦ ਦਿਸ ਟ੍ਰੈਂਡ ਦੈਟ ਬਾਏ ਲੈਸ ਰਿਸਪੌਂਸਿਬਿਲਟੀਜ਼ ਔਨ ਚਿਲਡਰਨ ਇਜ਼ ਅ ਪੋਜ਼ਿਟਿਵ ਡਿਵੈਲਪਮੈਂਟ। ਇਹ ਲਾਈਨ ਆਪਾਂ 99% ਕੇਸਿਸ ਦੇ ਵਿੱਚ ਯੂਜ਼ ਕਰਦਾ ਹੁੰਦਾ। ਮੇਰਾ ਤਾਂ ਮਤਲਬ ਕਿ ਮੈਂ ਤਾਂ 100% ਕੇਸਿਸ ਵਿੱਚ ਵੀ ਕਰ ਦਿੰਦਾ ਹੁੰਦਾ ਸੀ, ਪਰ ਕਈ ਵਾਰ ਤੁਹਾਨੂੰ ਸਮਝ ਨਹੀਂ ਆਉਂਦਾ ਹੁੰਦਾ ਤਾਂ 99% ਮੈਂ ਕਹਿ ਸਕਦਾ ਵੀ ਤੁਸੀਂ 99% ਕੇਸਾਂ ਵਿੱਚ ਇਸ ਤੋਂ ਆਪਣਾ ਬੀਪੀ ਬਣਨਾ ਸਟਾਰਟ ਕਰ ਸਕਦੇ ਹੋ। ਇਹਦਾ ਮਤਲਬ ਕੀ ਆ ਵੀ ਕੁਝ ਕੁ ਕਾਰਨ ਜੁੜੇ ਹੋਏ ਨੇ ਵੀ ਕਿਉਂ ਵਾਏ ਵੀ ਜੇ ਬੱਚਿਆਂ ਉੱਤੇ ਘੱਟ ਰਿਸਪੌਂਸਿਬਿਲਟੀਜ਼ ਹੋਣਗੀਆਂ ਉਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਆ ਗਈ ਗੱਲ ਸਮਝ। ਲਓ ਜੀ, ਪਹਿਲਾ ਪੁਆਇੰਟ ਐਕਸਪਲੇਨ ਕਰਨ ਜਾ ਰਿਹਾ। ਫਸਟ ਐਂਡ ਫਾਰਮੋਸਟ ਤੋਂ ਇੱਥੋਂ ਚੱਕੂਗਾ ਪੁਆਇੰਟ ਤੇ ਇੱਥੇ ਜਾ ਕੇ ਖਤਮ ਕਰੂੰਗਾ। ਆ ਗਈ ਗੱਲ ਸਮਝ। ਫਸਟ ਐਂਡ ਫਾਰਮੋਸਟ ਇਜ਼ ਦੈਟ ਕਹਿੰਦਾ ਕਿਡਸ ਹੈਵ ਮੋਰ ਟਾਈਮ ਟੂ ਗਿਵ ਟੂ ਦੇਅਰ ਸਟੱਡੀ। ਤਾਂ ਬੱਚਿਆਂ ਦੇ ਕੋਲੇ ਕਹਿੰਦਾ ਹੋਰ ਜ਼ਿਆਦਾ ਟਾਈਮ ਆ ਆਪਦੀ ਸਟੱਡੀ ਨੂੰ ਦੇਣ ਦੇ ਲਈ। ਠੀਕ ਹੈ, ਦੈਟ ਕੈਨ ਸਿਕਿਉਰ ਦੇਅਰ ਫਿਊਚਰ, ਜਿਹੜਾ ਕਿ ਉਹਨਾਂ ਦੇ ਫਿਊਚਰ ਨੂੰ ਸਿਕਿਉਰ ਕਰ ਸਕਦਾ। ਹੁਣ ਇਹਨੂੰ ਇਲੈਬੋਰੇਟ ਕਰਨਾ ਪਊ ਵੀ ਭਾਈ ਕਿੱਦਾਂ ਉਹਨਾਂ ਦਾ ਫਿਊਚਰ ਸਿਕਿਉਰ ਹੋਊਗਾ। ਕਹਿੰਦਾ ਇਨ ਪਾਸਟ ਟਾਈਮ, ਕਹਿੰਦਾ ਪੁਰਾਣੇ ਸਮਿਆਂ ਦੇ ਵਿੱਚ ਚਿਲਡਰਨ ਵਰ ਮੋਰ ਬਿਜੀ ਇਨ ਹਾਊਸ ਹੋਲਡ ਵਰਕ। ਕਹਿੰਦਾ ਜਿਹੜੇ ਬੱਚੇ ਸੀ ਉਹ ਘਰ ਦੇ ਕੰਮਾਂ ਵਿੱਚ ਜ਼ਿਆਦਾ ਬਿਜੀ ਰਹਿੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ। ਕਹਿੰਦਾ ਬਿਕੋਜ਼ ਆਫ ਇਟ, ਕਹਿੰਦਾ ਇਹਦੇ ਕਰਕੇ ਦੇ ਹੈਡ ਨਾਟ ਇਨਫ ਟਾਈਮ ਟੂ ਸਟੱਡੀ ਪ੍ਰੋਪਰਲੀ, ਉਹਨਾਂ ਕੋਲੇ ਪੜ੍ਹਨ ਦੇ ਲਈ ਪ੍ਰੋਪਰ ਤਰੀਕੇ ਨਾਲ ਪੜ੍ਹਨ ਦੇ ਲਈ ਇਨਫ ਟਾਈਮ ਨਹੀਂ ਹੁੰਦਾ ਸੀ। ਕਹਿੰਦਾ ਬਟ ਐਟ ਪ੍ਰੈਜ਼ੈਂਟ, ਕਹਿੰਦਾ ਹੁਣ ਦੇ ਸਮੇਂ ਵਿੱਚ ਕੀ ਆ, ਕਹਿੰਦਾ ਇਨਫੈਂਟਸ ਕੈਨ ਗਿਵ ਪ੍ਰੋਪਰ ਟਾਈਮ ਟੂ ਐਜੂਕੇਸ਼ਨ। ਇਨਫੈਂਟ ਬੱਚੇ ਪ੍ਰੋਪਰ ਟਾਈਮ ਐਜੂਕੇਸ਼ਨ ਨੂੰ ਦੇ ਸਕਦੇ ਆ। ਐਂਡ ਬਾਏ ਗੇਨਿੰਗ ਅ ਗੁੱਡ ਐਜੂਕੇਸ਼ਨ, ਵੀ ਵਧੀਆ ਐਜੂਕੇਸ਼ਨ ਲੈਣ ਦੇ ਨਾਲ ਦੇ ਕੈਨ ਫਾਈਂਡ ਬੈਟਰ ਜੋਬ ਜਾਂ ਫਿਰ ਵੈਲ ਪੇਡ ਜੋਬ ਇਨ ਫਿਊਚਰ। ਤਾਂ ਵਧੀਆ ਟਾਈਮ ਸਟੱਡੀ ਨੂੰ ਦੇਣ ਦੇ ਨਾਲ ਇੱਕ ਵਧੀਆ ਜੋਬ ਉਹ ਸਿਕਿਉਰ ਕਰ ਸਕਦੇ ਆ। ਹੋ ਗਈ ਕਹਾਣੀ ਖਤਮ। ਪਹਿਲਾ ਪੁਆਇੰਟ ਹੋ ਗਿਆ ਐਕਸਪਲੇਨ। ਲਓ ਜੀ, ਮੋਰ ਓਵਰ ਤੋਂ ਲੈ ਕੇ ਇੱਥੋਂ ਪੁਆਇੰਟ ਚੱਕੂਗਾ, ਇੱਥੇ ਤੱਕ ਦੂਜਾ ਪੁਆਇੰਟ ਖਤਮ ਕਰੂੰਗਾ। ਕਹਿੰਦਾ ਇਨਫੈਂਟਸ ਕੈਨ ਪਲੇ ਸਪੋਰਟਸ ਐਂਡ ਡੂ ਸਮ ਫਿਜ਼ੀਕਲ ਐਕਟੀਵਿਟੀ। ਇਨਫੈਂਟ ਕੀ ਕਰ ਸਕਦੇ ਆ, ਕੋਈ ਸਪੋਰਟ ਐਕਟੀਵਿਟੀ ਖੇਡ ਸਕਦੇ ਆ, ਫਿਜ਼ੀਕਲ ਐਕਟੀਵਿਟੀ ਕਰ ਸਕਦੇ ਆ। ਐਕਸਪਲੇਨ ਕਰਨਾ ਪਊਗਾ। ਕਹਿੰਦਾ ਵੈਨ ਚਿਲਡਰਨ ਹੈਵ ਫਿਊ ਰਿਸਪੌਂਸਿਬਿਲਟੀਜ਼, ਕਹਿੰਦਾ ਜਦੋਂ ਚਿਲਡਰਨ ਕੋਲੇ ਫਿਊ ਰਿਸਪੌਂਸਿਬਿਲਟੀਜ਼ ਹੋਣਗੀਆਂ ਦੇ ਹੈਵ ਮੋਰ ਫ੍ਰੀ ਟਾਈਮ, ਉਹਨਾਂ ਕੋਲੇ ਫ੍ਰੀ ਟਾਈਮ ਜ਼ਿਆਦਾ ਹੋਊਗਾ। ਕਿਡਸ ਕੈਨ ਟੇਕ ਪਾਰਟ ਇਨ ਫਿਜ਼ੀਕਲ ਐਕਟੀਵਿਟੀਜ਼, ਤਾਂ ਫਿਜ਼ੀਕਲ ਐਕਟੀਵਿਟੀ ਵਿੱਚ ਉਹ ਪਾਰਟੀਸਪੇਟ ਕਰ ਸਕਦੇ ਆ। ਦੈਟ ਵਿਲ ਹੈਲਪ ਟੂ ਬਿਕਮ ਮੈਂਟਲੀ ਐਂਡ ਫਿਜ਼ੀਕਲੀ ਫਿਟ।
ਫਿਟ। ਲਓ ਜੀ ਕਿੰਨੀ ਕੁ ਗੱਲ ਸੀ, 2-3 ਲਾਈਨਾਂ ਦੇ ਵਿੱਚ ਸਾਰਾ ਕਹਾਣੀ ਐਕਸਪਲੇਨ ਕਰਤੀ ਵੀ ਉਹ ਮੈਂਟਲੀ ਤੇ ਫਿਜ਼ੀਕਲੀ ਫਿੱਟ ਹੋ ਜਾਣਗੇ। ਐਗਜ਼ਾਮਪਲ ਵੀ ਐਡ ਕਰਤੀ, ਆ ਚੱਕੋ ਕੱਢਦਾ ਤੁਹਾਡਾ ਭੁਲੇਖਾ। ਕਹਿੰਦਾ ਫਾਰ ਐਗਜ਼ਾਮਪਲ ਕਹਿੰਦਾ ਇਟ ਇਜ਼ ਅਬਜ਼ਰਵਡ ਦੈਟ, ਕਹਿੰਦਾ ਇਹ ਅਬਜ਼ਰਵ ਗਿਆ ਵੀ ਕਾਊਂਟ ਆਫ ਚਿਲਡਰਨ ਇਨ ਪਲੇਗਰਾਊਂਡ ਐਂਡ ਪਾਰਕਸ ਹੈਜ਼ ਇਨਕਰੀਜ਼ਡ, ਵੀ ਜਿਹੜੇ ਬੱਚਿਆਂ ਦਾ ਜਿਹੜੇ ਬੱਚੇ ਖੇਡਦੇ ਆਗੇ ਪਲੇਗਰਾਊਂਡ ਵਿੱਚ ਪਾਰਕਸ ਦੇ ਵਿੱਚ, ਉਹਨਾਂ ਦਾ ਜਿਹੜਾ ਨੰਬਰ ਆ ਉਹ ਇਨਕਰੀਜ਼ ਹੋ ਚੁੱਕਿਆ ਨਾਓ ਆ ਡੇਜ਼, ਐਂਡ ਦੇ ਸਫਰ ਫਰੋਮ ਫਿਊ ਡਿਸੀਜ਼ਸ, ਤੇ ਉਹ ਬਹੁਤ ਹੀ ਘੱਟ ਡਿਸੀਜ਼ਸ ਤੋਂ ਹੁਣ ਸਫਰ ਕਰ ਰਹੇ ਨੇ, ਕਿਉਂਕਿ ਜਦੋਂ ਕੋਈ ਗੇਮ ਖੇਡਦੇ ਆ ਤਾਂ ਓਬਵੀਅਸਲੀ ਜਿਹੜੀ ਗੱਲ ਆ ਉਹ ਜਿਹੜੀਆਂ ਬਿਮਾਰੀਆਂ ਤੋਂ ਦੂਰ ਜਾਣਗੇ। ਪਹਿਲਾ ਜਿਹੜਾ ਪੱਖ ਆ, ਜਿਹੜੇ ਕਹਿੰਦੇ ਆ ਪੋਜ਼ਿਟਿਵ ਡਿਵੈਲਪਮੈਂਟ ਆ, ਉਹ ਐਕਸਪਲੇਨ ਕਰ ਦਿੱਤਾ ਗਿਆ। ਦੂਜੇ ਦੇ ਵੱਲ ਵੱਧਦੇ ਆਂਗੇ ਤਾਂ ਕਨੈਕਟਰ ਕਿਹੜਾ ਲੱਗੂਗਾ, ਡਿਸਕਸ ਬੋਥ ਵਿਊ, ਤੇ ਦੂਜੇ ਬੀਬੀ ਵਿੱਚ ਔਨ ਦੀ ਅਦਰ ਹੈਂਡ ਦਾ ਕਨੈਕਟਰ ਤੁਸੀਂ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਲਾ ਸਕਦੇ ਹੋ। ਇੱਥੋਂ ਪੁਆਇੰਟ ਚੱਕੂਗਾ, ਹੁਣ ਮੈਨੂੰ ਐ ਨਹੀਂ ਪਤਾ ਮੈਂ ਇੱਥੇ ਤੱਕ ਐਕਸਪਲੇਨ ਕਰਤਾ। ਔਨ ਦੀ ਅਦਰ ਹੈਂਡ ਕਹਿੰਦਾ ਵੈਨ ਇਨਫੈਂਟਸ ਹੈਵ ਫਿਊ ਰਿਸਪੋਂਸੀਬਿਲਿਟੀਜ਼, ਕਹਿੰਦਾ ਜਦੋਂ ਬੱਚਿਆਂ ਦੇ ਕੋਲੇ ਘੱਟ ਰਿਸਪੋਂਸੀਬਿਲਿਟੀਜ਼ ਹੋਣਗੀਆਂ, ਇਨਫੈਂਟ ਇਜ਼ ਦਾ ਸਿਨੋਨਿਮ ਆਫ ਚਿਲਡਰਨ, ਕਹਿੰਦਾ ਇਟ ਕ੍ਰੀਏਟ ਸਮ ਪ੍ਰੋਬਲਮ ਆਲਸੋ, ਕਹਿੰਦਾ ਇਹ ਕੁਝ ਪ੍ਰੋਬਲਮ ਵੀ ਕ੍ਰੀਏਟ ਕਰੂਗਾ। ਫਸਟਲੀ ਕਹਿੰਦਾ ਡਿਊ ਟੂ ਆ ਫਿਊ ਡਿਊਟੀਜ਼, ਕਹਿੰਦਾ ਘੱਟ ਡਿਊਟੀਆਂ ਦੇ ਕਰਕੇ ਚਿਲਡਰਨ ਹੈਵ ਮੋਰ ਲੇਜ਼ਰ ਟਾਈਮ, ਉਹਨਾਂ ਦਾ ਲੇਜ਼ਰ ਟਾਈਮ ਫ੍ਰੀ ਟਾਈਮ ਉਹਨਾਂ ਕੋਲੇ ਜ਼ਿਆਦਾ ਹੋਊਗਾ। ਕਹਿੰਦਾ ਸਮਟਾਈਮਸ ਦੇ ਸਟਾਰਟ ਟੂ ਡੂ ਰੋਂਗ ਐਕਟੀਵਿਟੀਜ਼, ਕਹਿੰਦਾ ਕਈ ਵਾਰ ਉਹ ਰੋਂਗ ਐਕਟੀਵਿਟੀਜ਼, ਕਿਹੜੀਆਂ ਰੋਂਗ ਐਕਟੀਵਿਟੀਜ਼ ਨੇ, ਟੇਕਿੰਗ ਡਰੱਗ ਐਂਡ ਸਮੋਕਿੰਗ ਵੀ ਸਟਾਰਟ ਕਰ ਸਕਦੇ ਆਗੇ। ਕਹਿੰਦਾ ਦੈਟ ਇਜ਼ ਦਾ ਬਿਗੇਸਟ ਨੈਗੇਟਿਵ ਇੰਪੈਕਟ ਆਫ ਲੈਸ ਰਿਸਪੋਂਸੀਬਿਲਿਟੀਜ਼, ਕਹਿੰਦਾ ਇਹ ਇੱਕ ਬਹੁਤ ਵੱਡਾ ਨੈਗੇਟਿਵ ਇੰਪੈਕਟ ਆ ਜਦੋਂ ਬੱਚਿਆਂ ਦੇ ਕੋਲੇ ਰਿਸਪੋਂਸੀਬਿਲਿਟੀਜ਼ ਘੱਟ ਹੁੰਦੀਆਂ ਨੇ। ਲਓ ਜੀ ਹੁਣ ਹੋਰ ਦੱਸਦਾ ਇੱਕ ਪੁਆਇੰਟ ਐਕਸਪਲੇਨ, ਕਹਿੰਦਾ ਆਲਸੋ ਇਨ ਫ੍ਰੀ ਟਾਈਮ, ਕਹਿੰਦਾ ਇਨਫੈਂਟਸ ਪਲੇ ਮੋਰ ਵੀਡੀਓ ਗੇਮਸ, ਤਾਂ ਉਹ ਜ਼ਿਆਦਾ ਵੀਡੀਓ ਗੇਮ ਖੇਡਣਗੇ, ਐਂਡ ਸਪੈਂਡ ਮੋਰ ਟਾਈਮ ਔਨ ਮੋਬਾਈਲ ਐਂਡ ਕੰਪਿਊਟਰ ਸਕਰੀਨ, ਤਾਂ ਜ਼ਿਆਦਾ ਟਾਈਮ ਸਪੈਂਡ ਕਰਨਗੇ ਮੋਬਾਈਲਾਂ ਤੇ ਕੰਪਿਊਟਰ ਦੀਆਂ ਸਕਰੀਨਾਂ ਦੇ ਉੱਤੇ। ਦੈਟ ਇਜ਼ ਰਾਈਜ਼ਿੰਗ ਦਾ ਪ੍ਰੋਬਲਮ ਆਫ ਵੀਕ ਆਈ ਸਾਈਟ, ਜਿਹੜਾ ਕਿ ਕਿਹੜੀ ਪ੍ਰੋਬਲਮ ਰਾਈਜ਼ ਕਰ ਰਿਹਾ, ਵਧਾ ਰਿਹਾ, ਵੀਕ ਆਈਸਾਈਟ ਨੂੰ, ਐਨੈਗਜ਼ਾਈਟੀ ਨੂੰ, ਐਂਡ ਓਬੈਸਿਟੀ ਨੂੰ। ਐਨੈਗਜ਼ਾਈਟੀ ਜਿਹੜੀ ਮੈਂਟਲ ਜੀ ਟੈਨਸ਼ਨ ਹੁੰਦੀ ਆ, ਓਬੈਸਿਟੀ ਮੋਟਾਪਾ ਹੋ ਗਿਆ, ਅਮੰਗ ਚਿਲਡਰਨ ਲਾਈਵਸ, ਹੋ ਗਈ ਗੱਲ ਵੀ ਉਹਨਾਂ ਦੀ ਲਾਈਫ ਦੇ ਵਿੱਚ ਇਹ ਪ੍ਰੋਬਲਮਾਂ ਵੱਧ ਰਹੀਆਂ ਨੇ। ਤੀਜਾ ਪੁਆਇੰਟ ਵੀ ਐਕਸਪਲੇਨ ਕਰਨ ਜਾ ਰਿਹਾ ਤੇ ਇਹਨੂੰ ਐਜ਼ ਏ ਐਗਜ਼ਾਮਪਲ ਹੀ ਮੰਨ ਕੇ ਚੱਲਿਓ, ਠੀਕ ਹੈ। ਮੋਰ ਓਵਰ ਕਹਿੰਦਾ ਚਿਲਡਰਨ ਬਿਕਮ ਮੋਰ ਇਰਰਿਸਪੋਂਸੀਬਲ, ਚਿਲਡਰਨ ਜ਼ਿਆਦਾ ਇਰਰਿਸਪੋਂਸੀਬਲ ਹੋ ਜਾਣਗੇ ਲਾਈਫ ਦੇ ਵਿੱਚ, ਡਿਊ ਟੂ ਆ ਫਿਊ ਡਿਊਟੀਜ਼, ਠੀਕ ਹੈ। ਦੈਟ ਕ੍ਰੀਏਟ ਸਮ ਪ੍ਰੋਬਲਮ ਇਨ ਦੇਅਰ ਲਾਈਫ, ਤਾਂ ਜਿਹੜੀ ਚੀਜ਼ ਉਹਨਾਂ ਦੀ ਲਾਈਫ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰੂਗੀ ਮੋਸਟ ਕਾਮਨਲੀ ਆਫਟਰ ਮੈਰਿਜ, ਜ਼ਿਆਦਾ ਪ੍ਰੋਬਲਮ ਕਦੋਂ ਹੋਣਗੀਆਂ, ਮੈਰਿਜ ਦੇ ਬਾਅਦ। ਜਸਟੀਫਾਈ ਕਰਦੇ ਆ ਇਹਨੂੰ, ਵੈਨ ਪੇਰੈਂਟਸ ਗਿਵ ਸਮ ਵਰਕ ਟੂ ਚਿਲਡਰਨ, ਕਹਿੰਦਾ ਜਦੋਂ ਪੇਰੈਂਟਸ ਆਪਣੇ ਬੱਚਿਆਂ ਨੂੰ ਕੁਝ ਵਰਕ ਦਿੰਦੇ ਹੈਗੇ ਚਾਈਲਡਹੁੱਡ ਦੇ ਵਿੱਚ, ਦੇ ਡੂ ਵਰਕ ਵਿਦ ਰਿਸਪੋਂਸੀਬਿਲਿਟੀ, ਤਾਂ ਉਹ ਰਿਸਪੋਂਸੀਬਿਲਿਟੀ ਦੇ ਨਾਲ ਕੰਮ ਕਰਦੇ ਆ। ਐਂਡ ਇਨਫੈਂਟਸ ਲਰਨ ਦਿਸ ਸਕਿੱਲ ਇਨ ਚਾਈਲਡਹੁੱਡ, ਤਾਂ ਜਿਹੜੀ ਇਹ ਸਕਿੱਲ ਆ ਉਹ ਚਾਈਲਡਹੁੱਡ ਦੇ ਵਿੱਚ ਹੀ ਉਹ ਸਿੱਖ ਜਾਂਦੇ ਆ। ਕਹਿੰਦਾ ਬਟ ਐਟ ਪ੍ਰੈਜ਼ੈਂਟ ਟਾਈਮ, ਕਹਿੰਦਾ ਹੁਣ ਦੇ ਟਾਈਮ ਵਿੱਚ ਕੀ ਆ, ਕਿਉਂਕਿ ਉਹ ਆਪਾਂ ਨੂੰ ਟਾਸਕ ਵਿੱਚ ਇਹ ਕਹਿ ਚੁੱਕਿਆ ਵੀ ਇਹ ਫਾਊਂਡ ਕੀਤਾ ਗਿਆ ਬੱਚਿਆਂ ਕੋਲ ਹੁਣ ਰਿਸਪੋਂਸੀਬਿਲਿਟੀ ਘੱਟ ਨੇ। ਕਹਿੰਦਾ ਬਟ ਐਟ ਪ੍ਰੈਜ਼ੈਂਟ ਟਾਈਮ ਪੇਰੈਂਟਸ ਡੂ ਨਾਟ ਗਿਵ ਮੋਰ ਵਰਕ ਟੂ ਕਿਡਸ, ਜਿਹੜਾ ਪੇਰੈਂਟਸ ਨੇ ਉਹ ਆਪਦੇ ਬੱਚਿਆਂ ਨੂੰ ਜ਼ਿਆਦਾ ਟਾਈਮ ਜ਼ਿਆਦਾ ਵਰਕ ਨਹੀਂ ਦਿੰਦੇ, ਹੈ ਨਾ, ਕੰਮ ਨਹੀਂ ਦਿੰਦੇ। ਐਂਡ ਆਫਟਰ ਮੈਰਿਜ, ਕਹਿੰਦਾ ਵਿਆਹ ਤੋਂ ਬਾਅਦ ਬੱਚੇ ਕੀ ਸੋਚਦੇ ਆ, ਦੇ ਥਿੰਕ ਦੈਟ ਦੇਅਰ ਪੇਰੈਂਟਸ ਵਿਲ ਡੂ ਆਲ ਵਰਕ ਫਾਰ ਦੈਮ, ਮਤਲਬ ਕਿ ਜਿਹੜੀ ਘਰ ਦੀਆਂ ਰਿਸਪੋਂਸੀਬਿਲਿਟੀਜ਼ ਨੇ ਵੀ ਉਹ ਪੇਰੈਂਟਸ ਹੀ ਚੱਕਣਗੇ। ਕਹਿੰਦਾ ਦੈਟ ਇਜ਼ ਦਾ ਬਿਗ ਰੀਜ਼ਨ ਆਫ ਡਿਸਪਿਊਟਸ ਇਨ ਫੈਮਲੀਜ਼ ਐਟ ਪ੍ਰੈਜ਼ੈਂਟ, ਕਹਿੰਦਾ ਇਹ ਝਗੜਿਆਂ ਦਾ ਫੈਮਿਲੀ ਦੇ ਵਿੱਚ ਇੱਕ ਵੱਡਾ ਕਾਰਨ ਆ। ਯਾਨੀ ਕਿ ਇਹਨੂੰ ਇੱਕ ਐਗਜ਼ਾਮਪਲ ਜਿਹਦੇ ਵਾਂਗੂ ਆਪਾਂ ਐਡ ਕਰਤਾ, ਬਸ ਕਹਾਣੀ ਇੰਨੀ ਕਾ ਵੀ ਇੱਥੇ ਇੱਕ ਕਨੈਕਟਰ ਨਹੀਂ ਐਡ ਕੀਤਾ ਫਾਰ ਐਗਜ਼ਾਮਪਲ ਵਾਲਾ, ਹੈ ਨਾ। ਬਾਕੀ ਇਹਨੂੰ ਰੀਅਲ ਲਾਈਫ ਐਗਜ਼ਾਮਪਲ, ਕਿਉਂਕਿ ਆਪਾਂ ਪਰਸਨਲ ਐਗਜ਼ਾਮਪਲ ਯੂਜ਼ ਕਰ ਸਕਦੇ ਹਾਂ ਰਾਈਟਿੰਗ ਦੇ ਵਿੱਚ, ਕੋਈ ਚੱਕਰ ਵਾਲੀ ਗੱਲ ਨਹੀਂ। ਹੋ ਗਈ ਗੱਲ, ਕਹਾਣੀ ਖਤਮ। ਹੁਣ ਇਹਦਾ ਕਨਕਲੂਜਨ ਕਿੱਦਾਂ ਆਊਗਾ, ਆਲਦੋ ਵਾਲੀ ਸਟਰਕਚਰ ਲਾਵਾਂਗੇ। ਇਨ ਕਨਕਲੂਜਨ ਟੂ ਕਨਕਲੂਡ ਇੱਕ ਕਨੈਕਟਰ ਲਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਠੀਕ ਹੈ। ਸਿੱਧਾ ਹੀ ਕਨਕਲੂਜਨ ਨਾ ਸ਼ੁਰੂ ਕਰਿਆ ਕਰੋ। ਆਲਦੋ ਵਾਲੀ ਸਟਰਕਚਰ ਲਾਈ ਹੋਈ ਆ, ਆਲਦੋ ਦੇ ਨਾਲ ਤੁਸੀਂ ਉਹ ਪੁਆਇੰਟ ਲਿਖਣਾ ਜਿਹਦੇ ਨਾਲ ਤੁਸੀਂ ਐਗਰੀ ਨਹੀਂ ਸੀ, ਮਤਲਬ ਕਿ ਜੋ ਤੁਹਾਡਾ ਓਪੀਨੀਅਨ ਨਹੀਂ ਸੀ। ਤੇ ਮੇਰਾ ਓਪੀਨੀਅਨ ਕਿਹੜਾ ਨਹੀਂ ਸੀ, ਵੀ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਆ, ਤਾਂ ਮੈਂ ਆਲਦੋ ਦੇ ਨਾਲ ਕੀ ਲਿਖੂੰਗਾ, ਕਹਿੰਦਾ ਵੈਨ ਚਿਲਡਰਨ ਹੈਵ ਫਿਊਰ ਡਿਊਟੀ, ਜਦੋਂ ਚਿਲਡਰਨ ਕੋਲੇ ਘੱਟ ਡਿਊਟੀ ਨੇ, ਕਹਿੰਦਾ ਇਟ ਹੈਜ਼ ਸਮ ਪੋਜ਼ਿਟਿਵ ਇੰਪੈਕਟ, ਇਹ ਲਿਖਿਆ ਜਿਹਦੇ ਨਾਲ ਜਿਹੜਾ ਮੇਰਾ ਓਪੀਨੀਅਨ ਨਹੀਂ ਸੀ। ਮੈਂ ਕਿਹਾ ਵੀ ਭਾਵੇਂ ਕਿ ਜਦੋਂ ਚਿਲਡਰਨ ਕੋਲੇ ਘੱਟ ਰਿਸਪੋਂਸੀਬਿਲਿਟੀਜ਼ ਨੇ ਇਹਦੇ ਕੁਝ ਪੋਜ਼ਿਟਿਵ ਇੰਪੈਕਟ ਹੈਗੇ ਨੇ, ਬਟ ਤੋਂ ਬਾਅਦ ਉਹ ਸਾਈਡ ਲਿਖਣੀ ਆ ਜਿਹੜਾ ਮੇਰਾ ਓਪੀਨੀਅਨ ਸੀ। ਕਹਿੰਦਾ ਬਟ ਇਟਸ ਨੈਗੇਟਿਵ ਇੰਪੈਕਟਸ ਕੈਨ ਨਾਟ ਬੀ ਨਿਗਲੈਕਟਡ, ਕਹਿੰਦਾ ਇਹਦੇ ਜਿਹੜੇ ਨੈਗੇਟਿਵ ਇੰਪੈਕਟ ਨੇ ਉਹ ਨਿਗਲੈਕਟ ਨਹੀਂ ਕੀਤੇ ਜਾ ਸਕਦੇ। ਸੱਚ ਐਜ਼ ਦੇ ਚਿਲਡਰਨ ਬਿਕਮ ਇਰਰਿਸਪੋਂਸੀਬਲ, ਉਹ ਇਰਰਿਸਪੋਂਸੀਬਲ ਬਣ ਜਾਣਗੇ। ਐਂਡ ਸਟਾਰਟ ਟੇਕਿੰਗ ਪਾਰਟ ਇਨ ਰੋਂਗ ਵਰਕ, ਤੇ ਗਲਤ ਕੰਮਾਂ ਦੇ ਵਿੱਚ ਜਿਹੜਾ ਪਾਰਟੀਸਪੇਟ ਉਹ ਕਰ ਸਕਦੇ ਹੈਗੇ। ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਡਿਸਕਸ ਬੋਥ ਵਿਊ ਤੇ ਓਪੀਨੀਅਨ ਵਾਲੀ ਜਿਹੜੀ ਟਾਈਪ ਆ ਗਈ ਉਹ ਆਪਾਂ ਡਿਸਕਸ ਕਰ ਚੁੱਕੇ ਆਂਗੇ। ਤੇ ਹੁਣ ਆਪਾਂ ਜਿਹੜੀ ਨੈਕਸਟ ਜਿਹੜੀ ਆਪਣੀ ਟਾਈਪ ਆ ਗਈ ਉਹਦੇ ਉੱਤੇ ਮੂਵ ਕਰਾਂਗੇ। ਤੇ ਉਸ ਤੋਂ ਬਾਅਦ ਜਿਹੜੀ ਆਪਣੇ ਕੋਲੇ ਨੈਕਸਟ ਟਾਈਪ ਆ ਉਹ ਹੈਗੀ ਆ ਪੋਜ਼ਿਟਿਵ ਤੇ ਨੈਗੇਟਿਵ ਡਿਵੈਲਪਮੈਂਟ ਵਾਲੀ, ਠੀਕ ਹੈ।
ਤਾਂ ਸਭ ਤੋਂ ਪਹਿਲਾਂ ਆਪਾਂ ਇੰਟਰੋ ਪੜ੍ਹ ਲੈਂਦੇ ਹਾਂ ਤਾਂ ਆਪਾਂ ਨੂੰ ਸਮਝ ਆ ਜਾਊਗਾ ਵੀ ਟਾਸਕ ਹੈ ਕੀ ਆ। ਕਹਿੰਦਾ ਇਟ ਇਜ਼ ਅਬਜ਼ਰਵ ਦੈਟ ਨਾਓ ਡੇਜ਼ ਅੰਡਰ ਡਿਵੈਲਪ ਨੇਸ਼ਨ ਆਰ ਗਿਵਿੰਗ ਮੋਰ ਪ੍ਰਾਇਓਰਿਟੀ ਟੂ ਟੂਰਿਜ਼ਮ ਸੈਕਟਰ ਐਂਡ ਐਕਸਪੈਂਡਿੰਗ ਇਟ। ਕਹਿੰਦਾ ਦਿਸ ਇਜ਼ ਡਿਊ ਟੂ ਅ ਫਾਈਨੈਂਸ਼ੀਅਲ ਬੈਨੀਫਿਟ ਟੂ ਕੰਟਰੀ ਐਂਡ ਆਈ ਬਲੀਵ ਦੈਟ ਇਟ ਇਜ਼ ਅ ਟੋਟਲੀ ਪੋਜ਼ਿਟਿਵ ਡਿਵੈਲਪਮੈਂਟ। ਤਾਂ ਮਤਲਬ ਕਿ ਇਹ ਪੋਜ਼ਿਟਿਵ ਤੇ ਨੈਗੇਟਿਵ ਡਿਵੈਲਪਮੈਂਟ ਵਾਲਾ ਜਿਹੜਾ ਆਪਣੇ ਕੋਲੇ ਟਾਸਕ ਆਇਆ ਹੈਗਾ, ਇਹਦੇ ਵਿੱਚ ਆਪਾਂ ਨੂੰ ਕਹਿ ਕੀ ਰਹੇ ਨੇ ਵੀ ਅੱਜ ਕੱਲ੍ਹ ਦੀ ਜਿਹੜੀਆਂ ਅੰਡਰ ਡਿਵੈਲਪ ਨੇਸ਼ਨ ਨੇ ਉਹ ਕੀ ਕਰ ਰਹੇ ਨੇ, ਉਹ ਪ੍ਰਾਇਓਰਟੀ ਖਾਸੀ ਦੇ ਰਹੇ ਨੇ ਕਿਹਨਾਂ ਨੂੰ, ਟੂਰਿਜ਼ਮ ਸੈਕਟਰ ਨੂੰ, ਹੈ ਨਾ। ਤਾਂ ਉਹ ਨਾਲ ਦੀ ਨਾਲ ਇਹਨੂੰ ਜਿਹੜਾ ਕਿ ਐਕਸਪੈਂਡ ਵੀ ਕਰ ਰਹੇ ਨੇ ਕਿਉਂਕਿ ਇਹਦੇ ਕਹਿੰਦੇ ਜਿਹੜੇ ਫਾਈਨੈਂਸ਼ੀਅਲ ਬੈਨੀਫਿਟ ਨੇ ਉਹ ਜ਼ਿਆਦਾ ਨੇ। ਵੀ ਤੁਸੀਂ ਕੀ ਮੰਨਦੇ ਹੋ, ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਆ ਜਾਂ ਫਿਰ ਇਹ ਇੱਕ ਨੈਗੇਟਿਵ ਡਿਵੈਲਪਮੈਂਟ ਆ। ਤਾਂ ਮੈਂ ਉਹਨਾਂ ਨੂੰ ਕਿਹਾ ਪੋਜ਼ਿਟਿਵ ਔਰ ਨੈਗੇਟਿਵ ਡਿਵੈਲਪਮੈਂਟ ਹੁੰਦਾ, ਹੈ ਨਾ। ਔਰ ਮਤਲਬ ਕਿ ਜਾਂ ਪੋਜ਼ਿਟਿਵ ਕਹੋ ਜਾਂ ਫਿਰ ਨੈਗੇਟਿਵ ਕਹੋ। ਤਾਂ ਫਿਰ ਤੁਸੀਂ ਵੀ ਇਹਨੂੰ ਇੱਕ ਸਾਈਡ ਹੀ ਜਾਣਾ, ਜਿਵੇਂ ਕਿ ਮੈਂ ਵੀ ਇੱਕ ਸਾਈਡ ਹੀ ਗਿਆ। ਮੈਂ ਕੀ ਲਿਖਿਆ, ਮੈਂ ਕਿਹਾ ਵੀ ਆਈ ਬਲੀਵਡ ਦੈਟ ਇਟ ਇਜ਼ ਟੋਟਲੀ ਆ ਪੋਜ਼ਿਟਿਵ ਡਿਵੈਲਪਮੈਂਟ। ਠੀਕ ਹੈ, ਵੀ ਮੈਂ ਇਹ ਕਹਿਣਾ ਵੀ ਇਹ ਟੋਟਲੀ ਜਿਹੜੀ ਕਿ ਪੋਜ਼ਿਟਿਵ ਡਿਵੈਲਪਮੈਂਟ ਆ ਐਂਡ ਇਟਸ ਬੈਨੀਫਿਟ ਵਿਲ ਬੀ ਡਿਸਕਸਡ ਇਨ ਅਪਕਮਿੰਗ ਪੈਰਾਗ੍ਰਾਫ ਅਲੋਂਗ ਵਿਦ ਇਟਸ ਰੀਜਨਸ। ਵੀ ਇਹਦੇ ਜਿਹੜੇ ਬੈਨੀਫਿਟ ਹੋਣਗੇ ਵੀ ਆਉਣ ਵਾਲੇ ਪੈਰਾਗ੍ਰਾਫ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਹੋ ਗਈ ਗੱਲ ਕਲੀਅਰ। ਤਾਂ ਇਹਦੇ ਵਿੱਚ ਕੋਈ ਜ਼ਿਆਦਾ ਸਮਝਾਉਣ ਵਾਲੀ ਗੱਲ ਨਹੀਂ ਹੈਗੀ, ਡਿਸਕਸ ਬੋਥ ਵਿਊ ਅਤੇ ਓਪੀਨੀਅਨ ਦੇ ਵਾਂਗੂ ਇਹ ਸਿੰਪਲ ਜੀ ਟਾਈਪ ਹੁੰਦੀ ਆ। ਜਾਂ ਮਤਲਬ ਕਿ ਰਸਤੇ ਤੁਹਾਡੇ ਕੋਲੇ ਦੋ ਨੇ, ਜਾਣਾ ਇੱਕ ਰਸਤੇ ਹੀ ਪੈਣਾ ਤੁਹਾਨੂੰ, ਜਾਂ ਫਿਰ ਪੋਜ਼ਿਟਿਵ ਦੇ ਵੱਲ ਲੰਘ ਜਾਓ ਜਾਂ ਫਿਰ ਨੈਗੇਟਿਵ ਦੇ ਵੱਲ ਲੰਘ ਜਾਓ। ਮੰਨ ਲਓ ਆਪਾਂ ਕਹਿੰਦਾ ਪੋਜ਼ਿਟਿਵ ਆ, ਤਾਂ ਪੋਜ਼ਿਟਿਵ ਕਿਉਂ ਆ, ਆਪਾਂ ਕਹਾਂਗੇ ਯਾਰ ਆਪਣੀ ਜਿਹੜੀ ਇਕੋਨਮੀ ਆ ਉਹ ਬੂਸਟ ਹੋਊਗੀ ਜਦੋਂ ਟੂਰਿਸਟ ਸਾਡੇ ਵਿਜ਼ਿਟ ਕਰਨਗੇ, ਜਦੋਂ ਹਿਸਟੋਰੀਕਲ ਪਲੇਸਿਸ ਨੂੰ ਦੇਖਣਗੇ ਜਾਂ ਕੋਈ ਵੀ ਹੋਰ ਵਧੀਆ ਟੂਰਿਸਟ ਅਟਰੈਕਸ਼ਨ ਬਣਾਵਾਂਗੇ ਤਾਂ ਉੱਥੇ ਆਉਣਗੇ, ਕੁਝ ਖਰੀਦਣਗੇ, ਰਹਿਣਗੇ। ਤਾਂ ਇਹਦੇ ਨਾਲ ਕੀ ਇਕੋਨਮੀ ਬੂਸਟ ਹੀ ਹੋਊਗੀ ਇੰਡਾਇਰੈਕਟਲੀ, ਦੇ ਨਾਲ ਦੀ ਨਾਲ ਜਿਹੜੀ ਇੰਪਲੋਇਮੈਂਟ ਆ ਗਈ ਉਹ ਵੀ ਵਧੂਗੀ। ਇਹ ਹੋ ਗਿਆ ਪਹਿਲਾ ਪੁਆਇੰਟ। ਉਸ ਤੋਂ ਇਲਾਵਾ ਹੋਰ ਪੁਆਇੰਟ ਕੀ ਹੋ ਸਕਦਾ, ਵੀ ਸਾਡਾ ਕਲਚਰ ਪ੍ਰਮੋਟ ਹੋਊਗਾ। ਜਦੋਂ ਲੋਕ ਬਾਹਰੋਂ ਸਾਡੇ ਦੇਸ਼ ਨੂੰ ਦੇਖਣ ਆਉਣਗੇ ਤਾਂ ਜਦੋਂ ਦੇਖ ਕੇ ਵਾਪਸ ਜਾਣਗੇ ਤਾਂ ਆਪਣੇ ਦੇਸ਼ ਦੇ ਲੋਕਾਂ ਨੂੰ ਜਾ ਕੇ ਦੱਸਣਗੇ ਵੀ ਉੱਥੇ ਅਸੀਂ ਆਹ ਚੀਜ਼ ਦੇਖੀ ਸੀ, ਹੈ ਨਾ, ਵੀ ਉੱਥੇ ਐਂ ਕਰਦੇ ਆ, ਉੱਥੇ ਐਂ ਤਿਉਹਾਰ ਮਨਾਉਂਦੇ ਆ, ਉੱਥੇ ਆ ਲੱਲਾ ਭੱਬਾ, ਜੋ ਵੀ ਮਤਲਬ ਕਿ ਸਾਡਾ ਕਲਚਰ ਪ੍ਰਮੋਟ ਹੋਊਗਾ। ਇੱਕ ਹੋਰ ਪੁਆਇੰਟ ਵੀ ਜਦੋਂ ਕੰਟਰੀ ਜਿਹੜੀ ਗੌਰਮੈਂਟ ਆ ਉਹ ਟੂਰਿਜ਼ਮ ਦੇ ਉੱਤੇ ਮਨੀ ਸਪੈਂਡ ਕਰਦੀ ਆ ਤਾਂ ਇਹਦਾ ਮਤਲਬ ਇਹ ਆ ਵੀ ਉਹ ਜਿਹੜੀ ਲੋਕੇਸ਼ਨ ਨੇ, ਜਿਹੜਾ ਕੰਟਰੀ ਆ ਉਹਨੂੰ ਸਾਫ਼ ਸੁਥਰਾ ਵੀ ਰੱਖੂਗੀ, ਵੀ ਤਾਂ ਹੀ ਤਾਂ ਟੂਰਿਸਟ ਆਉਣਗੇ। ਗੰਦੀ ਮੰਦੀ ਥਾਂ ਦੇ ਉੱਤੇ ਤਾਂ ਟੂਰਿਸਟ ਵੀ ਨਹੀਂ ਆਉਂਦੇ ਹੁੰਦੇ। ਵੀ ਇਹਦੇ ਨਾਲ ਸਾਡੀ ਕੰਟਰੀ ਵੀ ਸਾਫ਼ ਹੋਈ ਜਾ ਰਹੀ ਹੈ ਨਾਲ ਦੀ ਨਾਲ, ਹੈ ਨਾ, ਵੀ ਸੋਹਣੀ ਬਣੀ ਜਾ ਰਹੀ ਆ। ਤਾਂ ਹੋ ਗਏ ਪੁਆਇੰਟ ਐਕਸਪਲੇਨ। ਬਸ ਇਹੀ ਪੁਆਇੰਟ ਆਪਾਂ ਲਿਖਣੇ ਆ, ਤਾਂ ਧਿਆਨ ਦੇ ਨਾਲ ਦੇਖਿਓ। ਕਹਿੰਦਾ ਇਟ ਕੈਨ ਨੋਟ ਬੀ ਡਿਨਾਈਡ ਦੇ ਨਾਲ ਲਾਈਨ ਨੂੰ ਸਟਾਰਟ ਕੀਤੀ ਗਈ ਆ, ਯਾਨੀ ਕਿ ਇਹ ਦੂਜਾ ਤਰੀਕਾ। ਜੇ ਤੁਸੀਂ ਸਮ ਕ੍ਰਿਟੀਕਲ ਐਲੀਮੈਂਟਸ ਆਰ ਐਸੋਸੀਏਟਡ ਨਾਲ ਲਾਈਨ ਨੂੰ ਸਟਾਰਟ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਸ ਨਾਲ ਵੀ ਕਰ ਸਕਦੇ ਹੋ। ਕਹਿੰਦਾ ਇਟ ਕੈਨ ਨੋਟ ਬੀ ਡਿਨਾਈਡ ਦੈਟ, ਕਹਿੰਦਾ ਇਹਨੂੰ ਨਕਾਰਿਆ ਨਹੀਂ ਜਾ ਸਕਦਾ। ਕਹਿੰਦਾ ਟੂਰਿਜ਼ਮ ਇੰਡਸਟਰੀਜ਼ ਆਰ ਇਨਕਰੀਜ਼ਿੰਗ ਐਟ ਫਾਸਟਰ ਰੇਟ, ਦਿਸ ਇਜ਼ ਡਿਊ ਟੂ ਆ ਵੇਰੀਅਸ ਰੀਜਨਸ। ਕਹਿੰਦਾ ਜਿਹੜੀ ਟੂਰਿਸਟ ਇੰਡਸਟਰੀ ਆ ਉਹ ਬਹੁਤ ਹੀ ਇਨਕਰੀਜ਼ਿੰਗ ਰੇਟ ਦੇ ਉੱਤੇ ਇਨਕਰੀਜ਼ ਕਰ ਰਹੀ ਆ, ਫਾਸਟਰ ਰੇਟ ਦੇ ਉੱਤੇ, ਅਤੇ ਇਹਦੇ ਕਈ ਰੀਜ਼ਨ ਨੇ। ਹੁਣ ਆਪਾਂ ਰੀਜ਼ਨ ਦੱਸਣੇ ਆ ਵੀ ਕਿਉਂ ਇਹ ਜਿਹੜੀ ਇਨਕਰੀਜ਼ ਕਰ ਰਹੀ ਆ। ਕਹਿੰਦਾ ਫਸਟ ਐਂਡ ਫਾਰਮੋਸਟ ਇਜ਼ ਦੈਟ, ਪਹਿਲਾ ਕੀ ਆ, ਕਹਿੰਦਾ ਇਕੋਨਮੀ ਆਫ ਅ ਪਰਟੀਕੂਲਰ ਕੰਡੀਸ਼ਨ ਵਿਲ ਬੀ ਬੂਮਡ ਆਫਟਰ ਸਪੈਂਡਿੰਗ ਮਨੀ ਔਨ ਟੂਰਿਜ਼ਮ ਸੈਕਟਰ। ਕਹਿੰਦਾ ਕਿਸੇ ਪਰਟੀਕੂਲਰ ਕੰਟਰੀ ਦੀ ਜਿਹੜੀ ਕਿ ਇਕੋਨਮੀ ਆ ਉਹ ਬੂਮ ਹੋਊਗੀ। ਬੂਮ ਕੀ ਹੋਊਗਾ, ਇਨਕਰੀਜ਼ ਹੋਊਗੀ। ਬਿਲ ਵੀ ਬੂਮਡ, ਜਾਣੀ ਕਿ ਆਪਾਂ ਪੈਸਿਵ ਦਾ ਰੂਲ ਲਾਤਾ, ਠੀਕ ਹੈ, ਵੀ ਜ਼ਿਆਦਾ ਵਧੂਗੀ ਜਦੋਂ ਉਹ ਟੂਰਿਸਟ ਸੈਕਟਰ ਦੇ ਉੱਤੇ ਮਨੀ ਸਪੈਂਡ ਕਰਨਗੇ। ਹੁਣ ਇਹਨੂੰ ਆਪਾਂ ਐਕਸਪਲੇਨ ਕਰਦੇ ਹਾਂ। ਕਹਿੰਦਾ ਟੂ ਐਕਸਪਲੇਨ, ਕਹਿੰਦਾ ਵੈਨ ਦੇਰ ਇਜ਼ ਅ ਲੋਟ ਆਫ ਪਲੇਸਿਸ ਇਨ ਅ ਕੰਟਰੀ, ਕਹਿੰਦਾ ਜਦੋਂ ਇੱਕ ਕੰਟਰੀ ਵਿੱਚ ਕਾਫੀ ਪਲੇਸਿਸ ਹੋਣਗੀਆਂ ਦੈਟ ਅਟਰੈਕਟ ਟੂਰਿਸਟ, ਜਿਹੜੀਆਂ ਟੂਰਿਸਟ ਨੂੰ ਅਟਰੈਕਟ ਕਰਦੀਆਂ ਨੇ। ਕਹਿੰਦਾ ਦੈਨ ਟਰੈਵਲਰਸ ਵਿਲ ਕਮ ਟੂ ਵਾਚ ਨਹੀਂ ਆਊਗਾ, ਸੀ ਆਊਗਾ। ਕਹਿੰਦਾ ਦੈਨ ਟਰੈਵਲਰਸ ਵਿਲ ਕਮ ਟੂ ਸੀ ਦੀਜ਼ ਪਲੇਸਿਸ, ਤਾਂ ਜਿਹੜੇ ਟਰੈਵਲਰ ਨੇ, ਟੂਰਿਸਟ ਨੇ, ਉਹ ਆਉਣਗੇ ਇੱਦਾਂ ਦੀਆਂ ਪਲੇਸਿਸ ਨੂੰ ਦੇਖਣ ਦੇ ਲਈ। ਕਹਿੰਦਾ ਆਫਟਰ ਰੀਚਿੰਗ ਇਨ ਅ ਕੰਟਰੀ ਦੇ ਵਿੱਚ ਪਹੁੰਚਣ ਤੋਂ ਬਾਅਦ ਦੇ ਰਿਕੁਆਇਰ ਟੂ ਸਟੇ ਸਮਵੇਅਰ, ਤਾਂ ਉਹਨਾਂ ਨੂੰ ਕਿਸੇ ਵੀ ਇੱਕ ਪਾਸੇ ਰਹਿਣ ਦੀ ਜ਼ਰੂਰਤ ਤਾਂ ਪਊਗੀ। ਐਂ ਤਾਂ ਨਹੀਂ ਵੀ ਰਾਤ ਨੂੰ ਤੁਰੀ ਫਿਰੀ ਜਾਣਗੇ। ਐਂਡ ਦੇ ਵਿਲ ਚੂਜ਼ ਸਮ ਹੋਟਲ, ਅਤੇ ਉਹ ਕੁਝ ਹੋਟਲ ਚੂਜ਼ ਕਰਨਗੇ ਰਹਿਣ ਦੇ ਲਈ, ਟੂ ਸਟੇ, ਠੀਕ ਹੈ। ਕਹਿੰਦਾ ਆਲਸੋ ਇਟ ਇਜ਼ ਮੋਰ ਚਾਂਸਿਸ ਦੈਟ ਦੇ ਵਿਲ ਡੂ ਸਮ ਸ਼ੋਪਿੰਗ, ਤਾਂ ਉਹ ਸ਼ੋਪਿੰਗ ਵੀ ਕਰ ਸਕਦੇ ਆ, ਹੈ ਨਾ। ਦੈਟ ਪ੍ਰੋਵਾਈਡ ਨੰਬਰ ਆਫ ਜੋਬ ਟੂ ਲੋਕਲ ਪੀਪਲ, ਜਿਹੜਾ ਕਿ ਲੋਕਲ ਜਿਹੜੇ ਇੰਡੀਵਿਜੂਅਲ ਹੋਣਗੇ ਉਹਨਾਂ ਦੇ ਲਈ ਜੋਬ ਆਪਸ਼ਨ ਖੁੱਲ੍ਹਣਗੀਆਂ। ਕਹਿੰਦਾ ਇਹਦੇ ਕਰਕੇ ਜਿਹੜੀ ਕਿ ਇਕੋਨਮੀ ਆ ਉਹ ਕੰਪਨੀ ਵਿਲ ਗਰੋ ਇੰਡਾਇਰੈਕਟਲੀ, ਤਾਂ ਇਕੋਨਮੀ ਜਿਹੜੀ ਕੰਟਰੀ ਦੀ ਉਹ ਇੰਡਾਇਰੈਕਟਲੀ ਗਰੋ ਕਰੂਗੀ। ਫਾਰ ਐਗਜ਼ਾਮਪਲ ਇੱਥੇ ਜੇ ਕੋਈ ਐਗਜ਼ਾਮਪਲ ਵੀ ਦੇਣੀ ਆ, ਜਿਵੇਂ ਕਿ ਆ ਜਿਹੜੀਆਂ ਮਾਲਦੀਵ ਜੀ ਕਾਫੀ ਨਿਊਜ਼ ਦੇ ਵਿੱਚ ਚੱਲ ਰਿਹਾ ਸੀ। ਹੁਣ ਮਾਲਦੀਵ ਦੀ ਐਗਜ਼ਾਮਪਲ ਦੇ ਦਾਂਗੇ ਵੀ ਮਾਲਦੀਵ ਦੀ ਜਿਹੜੀ ਕੰਟਰੀ ਆ ਉਹ ਟੂਰਿਸਟ ਸਾਰੀ ਮਨੀ ਆਪਦੀ ਟੂਰਿਸਟ ਉੱਤੇ ਹੀ ਸਪੈਂਡ ਕਰਦੇ ਆ, ਅਤੇ ਉਹਨਾਂ ਦੀ 70% ਇਕੋਨਮੀ ਟੂਰਿਜ਼ਮ ਦੇ ਉੱਤੇ ਹੀ ਚੱਲਦੀ ਆ, ਹੈ ਨਾ। ਅਤੇ ਉੱਥੋਂ ਦੇ ਜਿਹੜੇ ਲੋਕ ਨੇ ਉਹ ਵੀ ਆਹੀ ਸੈਕਟਰ ਦੇ ਉੱਤੇ, ਟੂਰਿਜ਼ਮ ਸੈਕਟਰ ਦੇ ਉੱਤੇ ਡਿਪੈਂਡ ਕਰਦੇ ਆ। ਇਹ ਨੌਲੇਜ ਬੇਸ ਦੀ ਐਗਜ਼ਾਮਪਲ ਹੋ ਜਾਓ, ਕਿਉਂਕਿ ਕਾਫੀ ਟਰੈਂਡਿੰਗ ਦੇ ਵਿੱਚ ਇੱਕ ਮੁੱਦਾ ਦਾ ਚੱਲ ਰਿਹਾ ਸੀ ਮਾਲਦੀਵ ਦਾ, ਨਾ। ਤਾਂ ਆਪਾਂ ਨੂੰ ਬਸ ਨੌਲੇਜ ਹੀ ਚਾਹੀਦੀ ਆ ਵੀ ਹਾਂ ਜਿਹੜੀ ਮਾਲਦੀਵ ਕੰਟਰੀ ਆ ਉਹ ਟੂਰਿਜ਼ਮ ਦੇ ਉੱਤੇ ਡਿਪੈਂਡ ਕਰਦੀ ਆ। ਸੈਕਿੰਡ ਪੁਆਇੰਟ ਹੁਣ ਦੇਖਦੇ ਹਾਂ ਕੀ ਐਕਸਪਲੇਨ ਕਰਦੇ ਹਾਂ। ਫਰਦਰ ਮੋਰ ਦਾ ਕਨੈਕਟਰ ਲੱਗਿਆ ਹੋਇਆ, ਕਹਿੰਦਾ ਐਕਸਪੈਂਡਿੰਗ
ਟੂਰਿਸਟ ਸੈਕਟਰ ਇਜ਼ ਕੰਸੀਡਰਡ ਐਜ਼ ਅ ਪੋਜ਼ਿਟਿਵ ਡਿਵੈਲਪਮੈਂਟ ਡਿਊ ਟੂ ਇਟਸ ਨਿਊਮਰਸ ਐਡਵਾਂਟੇਜ। ਕਹਿੰਦਾ ਇਹਦੀਆਂ ਕਈ ਐਡਵਾਂਟੇਜ ਨੇ। ਪਹਿਲੀ ਕੀ ਆ, ਕਹਿੰਦਾ ਫਸਟਲੀ ਦਾ ਕੰਟਰੀ ਵਿਲ ਬਿਕਮ ਮੋਰ ਕਲੀਨ ਐਂਡ ਇਕੋ ਫਰੈਂਡਲੀ। ਲੋ ਜੀ, ਜਿਹੜਾ ਕੰਟਰੀ ਆ, ਕੰਟਰੀ ਕੀ ਬਣ ਜੂਗੀ, ਕਲੀਨ ਬਣ ਜੂਗੀ, ਇਕੋ ਫਰੈਂਡਲੀ ਬਣ ਜੂਗੀ। ਇਲੈਬੋਰੇਟ ਕਰਦੇ ਆ ਇਹਨੂੰ। ਕਹਿੰਦਾ ਇਫ ਦੇਰ ਇਜ਼ ਆ ਪੋਲਿਊਸ਼ਨ ਇਨ ਵਨ ਕੰਟਰੀ, ਕਹਿੰਦਾ ਮੰਨ ਲਓ ਜੇ ਕਿਸੇ ਇੱਕ ਕੰਟਰੀ ਵਿੱਚ ਪੋਲਿਊਸ਼ਨ ਆ, ਕਿਸੇ ਵੀ ਟਾਈਪ ਦਾ ਪੋਲਿਊਸ਼ਨ ਹੋ ਸਕਦਾ, ਏਅਰ ਹੋ ਸਕਦਾ, ਵਾਟਰ ਹੋ ਸਕਦਾ ਗਾ, ਦੈਨ ਇਟ ਇਜ਼ ਓਬਵੀਅਸ, ਕਹਿੰਦਾ ਇਹ ਪੱਕੀ ਗੱਲ ਆ ਵੀ ਨੋ ਟੂਰਿਸਟ ਵਿਲ ਟਰੈਵਲ ਟੂ ਦੈਟ ਕੰਟਰੀ। ਕਹਿੰਦਾ ਕੋਈ ਜਿਹੜਾ ਟੂਰਿਸਟ ਆ ਉਹ ਉਸ ਕੰਟਰੀ ਨੂੰ ਟਰੈਵਲ ਨਹੀਂ ਕਰੂਗਾ। ਕਹਿੰਦਾ ਮੋਸਟ ਆਫ ਦਾ ਟਰੈਵਲਰਸ ਲਾਈਕ ਟੂ ਵਿਜ਼ਿਟ ਕਲੀਨ ਪਲੇਸਿਸ। ਜਿਹੜੇ ਮੋਸਟਲੀ ਜਿਹੜੇ ਟਰੈਵਲਰ ਹੁੰਦੇ ਨੇ ਉਹ ਕੀ ਪਸੰਦ ਕਰਦੇ ਆ ਵੀ ਉਹ ਕਲੀਨ ਪਲੇਸਿਸ ਨੂੰ ਵਿਜ਼ਿਟ ਕਰਨ। ਕਹਿੰਦਾ ਹੈਂਸ, ਕਹਿੰਦਾ ਇਹਦੇ ਕਰਕੇ ਜਿਹੜੀ ਗਵਰਨਮੈਂਟ ਵਿਲ ਟਰਾਈ ਟੂ ਕਲੀਨ ਆ ਕੰਟਰੀ, ਤਾਂ ਜਿਹੜੀ ਗਵਰਨਮੈਂਟ ਆ ਉਹ ਨਾਲ ਦੀ ਨਾਲ ਕੰਟਰੀ ਨੂੰ ਕਲੀਨ ਕਰਨ ਦੀ ਕੋਸ਼ਿਸ਼ ਕਰੂਗੀ। ਐਂਡ ਆਲਸੋ ਗਰੋ ਪਲਾਂਟਸ ਐਂਡ ਫਲਾਵਰਸ ਬਿਕੋਜ਼ ਇਟ ਲੁੱਕ ਸੋ ਬਿਊਟੀਫੁਲ। ਕਹਿੰਦਾ ਨਾਲ ਦੀ ਨਾਲ ਹੋਰ ਕੀ ਗਰੋ ਕਰਨਗੇ, ਪਲਾਂਟ ਗਲੋ ਕਰਨਗੇ, ਟਰੀ ਗਲੋ ਕਰਨਗੇ, ਫਲਾਵਰਸ ਗਰੋ ਕਰਨਗੇ ਰੋਡਾਂ ਦੇ ਸਾਈਡਾਂ ਦੇ ਉੱਤੇ, ਹੈ ਨਾ। ਕਹਿੰਦਾ ਕੰਟਰੀ ਸੋਹਣੀ ਬਣ ਜੂਗੀ। ਇਨ ਐਡੀਸ਼ਨ ਦੇ ਵਿੱਚ ਹੋਰ ਪੁਆਇੰਟ ਐਕਸਪਲੇਨ ਕਰਤਾ। ਕਹਿੰਦਾ ਆਫਟਰ ਐਕਸਪੈਂਡਿੰਗ ਟੂਰਿਸਟ ਇੰਡਸਟਰੀਜ਼, ਕਹਿੰਦਾ ਹਿਸਟਰੀ ਐਂਡ ਕਲਚਰ ਆਫ ਵਨ ਨੇਸ਼ਨ ਵਿਲ ਬੀ ਸਪਰੈਡ। ਕਹਿੰਦਾ ਜਿਹੜਾ ਕਿ ਟੂਰਿਸਟ ਸੈਕਟਰ ਦੇ ਉੱਤੇ ਮਨੀ ਸਪੈਂਡ ਤੋਂ ਕਰਨ ਤੋਂ ਬਾਅਦ ਜਿਹੜੀ ਹਿਸਟਰੀ ਆ ਕੰਟਰੀ ਦੀ ਅਤੇ ਕਲਚਰ ਆ ਉਹ ਵੀ ਕਹਿੰਦਾ ਸਪਰੈਡ ਹੋਊਗਾ, ਅੱਗੇ ਫੈਲੂਗਾ ਇਨ ਆਲ ਓਵਰ ਦਾ ਵਰਲਡ, ਦੁਨੀਆ ਦੇ ਵਿੱਚ। ਕਹਿੰਦਾ ਟੂ ਜਸਟੀਫਾਈ, ਕਹਿੰਦਾ ਵੈਨ ਟੂਰਿਸਟ ਕਮ ਟੂ ਵਾਚ ਨਹੀਂ ਸੀ ਆਊ, ਵੈਨ ਟੂਰਿਸਟ ਕਮ ਟੂ ਸੀ ਐਨੀ ਨੇਸ਼ਨ, ਕਹਿੰਦਾ ਜਦੋਂ ਟੂਰਿਸਟ ਕੋਈ ਵੀ ਦੇਸ਼ ਦੇਖਣ ਨੂੰ ਆਉਂਦਾ, ਕਹਿੰਦਾ ਦੇ ਵਿਲ ਗੋ ਟੂ ਹਿਸਟੋਰੀਕਲ ਪਲੇਸਿਸ, ਤਾਂ ਉਹ ਕਿੱਥੇ ਜਾਊਗਾ, ਹਿਸਟੋਰੀਕਲ ਪਲੇਸਿਸ ਨੂੰ ਦੇਖੂਗਾ ਅਤੇ ਅਦਰ ਲੋਕੇਸ਼ਨ ਨੂੰ ਦੇਖੂਗਾ। ਜਦੋਂ ਹਿਸਟੋਰੀਕਲ ਪਲੇਸਿਸ ਨੂੰ ਦੇਖੂਗਾ ਤਾਂ ਓਬਵੀਅਸਲੀ ਜੇ ਗੱਲ ਆ ਗਈ ਵੀ ਉਹਨੂੰ ਵਧੀਆ ਨੌਲੇਜ ਮਿਲੂਗੀ ਉਸ ਚੀਜ਼ ਦੇ ਬਾਰੇ, ਠੀਕ ਹੈ। ਇਹ ਵੀ ਗੱਲ ਕਲੀਅਰ ਹੋ ਗਈ, ਜਿਹੜਾ ਹਿਸਟਰੀ ਵਾਲਾ ਪੁਆਇੰਟ ਵੀ ਐਕਸਪਲੇਨ ਕਰਤਾ। ਉਸ ਤੋਂ ਬਾਅਦ ਕੀ ਆ ਜਾਂਦਾ, ਕਹਿੰਦਾ ਕਨਕਲੂਜਨ ਦੇ ਤੁਸੀਂ ਆਲਦੋ ਵਾਲੀ ਸਟਰਕਚਰ ਨਹੀਂ ਯੂਜ਼ ਕਰ ਸਕਦੇ ਤਾਂ ਅਨਡਾਊਟਡਲੀ ਦੀ ਸਟਰਕਚਰ ਵੀ ਹੁੰਦੀ ਹੈ। ਮਤਲਬ ਕਿ ਹਰ ਇੱਕ ਚੀਜ਼ ਦੇ ਲਈ ਆਪਣੇ ਕੋਲੇ ਦੋ ਆਪਸ਼ਨਾਂ ਹੈਗੀਆਂ ਨੇ। ਜੇ ਤੁਸੀਂ ਸਮ ਕ੍ਰਿਟੀਕਲ ਐਲੀਮੈਂਟ ਦੇ ਨਾਲ ਲਾਈਨ ਨਹੀਂ ਸਟਾਰਟ ਕਰਨਾ ਚਾਹੁੰਦੇ ਤਾਂ ਇਟ ਕੈਨ ਨਾਟ ਵੀ ਡਿਨਾਈਡ ਨਾ ਕਰ ਸਕਦੇ ਹੋ। ਜੇ ਕਨਕਲੂਜਨ ਦੇ ਵਿੱਚ ਤੁਹਾਨੂੰ ਆਲਦੋ ਦੀ ਸਟਰਕਚਰ ਸਹੀ ਨਹੀਂ ਬੈਠ ਰਹੀ, ਕਿਉਂਕਿ ਕਈ ਕੇਸਿਸ ਵਿੱਚ ਨਹੀਂ ਬੈਠਦੀ ਹੁੰਦੀ, ਤਾਂ ਉੱਥੇ ਤੁਸੀਂ ਅਨਡਾਊਟਡਲੀ ਲਾ ਸਕਦੇ ਹੋ। ਅਨਡਾਊਟਡਲੀ ਦਾ ਮਤਲਬ ਕੀ ਹੁੰਦਾ, ਬਿਨਾਂ ਕਿਸੇ ਸ਼ੱਕ ਤੋਂ, ਹੈ ਨਾ। ਕਹਿੰਦਾ ਅਨਡਾਊਟਡਲੀ ਦਾ ਪ੍ਰਮੋਸ਼ਨ ਦੇ ਸਪੈਲਿੰਗ ਗਲਤ ਨੇ, ਪ੍ਰਮੋਸ਼ਨ ਦੇ ਸਪੈਲਿੰਗ ਇਹ ਹੁੰਦੇ ਨੇ, ਠੀਕ ਹੈ। ਕਹਿੰਦਾ ਵੀ ਪ੍ਰਮੋਸ਼ਨ ਆਫ ਟੂਰਿਜ਼ਮ ਇੰਡਸਟਰੀ ਇਜ਼ ਇਨਕਰੀਜ਼ਿੰਗ ਡਿਊ ਟੂ ਇਟਸ ਬੈਨੀਫਿਟ। ਕਹਿੰਦਾ ਵੀ ਬਿਨਾਂ ਕਿਸੇ ਸ਼ੱਕ ਤੋਂ, ਕਹਿੰਦਾ ਵੀ ਜਿਹੜੀ ਟੂਰਿਜ਼ਮ ਸੈਕਟਰ ਆ ਉਹਦੀ ਪ੍ਰਮੋਸ਼ਨ ਇਨਕਰੀਜ਼ ਕੀਤੀ ਗਈ ਆ, ਇਨਕਰੀਜ਼ ਹੋ ਰਹੀ ਆ। ਸੱਚ ਐਜ ਉਹਦੇ ਬੈਨੀਫਿਟ ਕਾਫੀ ਨੇ। ਕਹਿੰਦਾ ਸੱਚ ਐਜ ਇਟ ਹੈਲਪ ਟੂ ਬੂਸਟ ਇਕੋਨਮੀ, ਇਹ ਇਕੋਨਮੀ ਨੂੰ ਬੂਸਟ ਕਰਨ ਦੇ ਲਈ ਮਦਦ ਕਰਦਾ। ਕਹਿੰਦਾ ਇਟ ਇਜ਼ ਅ ਪੋਜ਼ਿਟਿਵ ਡਿਵੈਲਪਮੈਂਟ ਬਿਕੋਜ਼ ਕੰਟਰੀਜ਼ ਆਰ ਬਿਕਮਿੰਗ ਮੋਰ ਕਲੀਨਰ, ਅਤੇ ਨਾਲ ਦੀ ਨਾਲ ਜਿਹੜੀਆਂ ਕੰਟਰੀਜ਼ ਨੇ ਉਹ ਵੀ ਬਹੁਤ ਸੋਹਣੀਆਂ ਬਣ ਰਹੀਆਂ ਨੇ। ਹੋ ਗਈ ਗੱਲ ਕਲੀਅਰ। ਇਹ ਹੋ ਗਿਆ ਤੁਹਾਡਾ ਪੋਜ਼ਿਟਿਵ ਅਤੇ ਨੈਗੇਟਿਵ ਡਿਵੈਲਪਮੈਂਟ ਦਾ ਐਸੇ। ਹੁਣ ਆਪਾਂ ਜਾਵਾਂਗੇ ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ, ਉਹਦੇ ਵੱਲ ਦੇਖਦੇ ਹਾਂ। ਉਹਦੇ ਵਿੱਚ ਦੇਖਾਂਗੇ ਕਿਵੇਂ ਲਿਖਣਾ। ਤਾਂ ਹੁਣ ਮੇਰੇ ਕੋਲੇ ਆ ਗਿਆ ਇੱਕ ਨਵਾਂ ਟਾਸਕ, ਇਹ ਹੈਗਾ ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ। ਤਾਂ ਕਹਿੰਦਾ ਸਮ ਪੀਪਲ ਬਿਲੀਵ ਦੈਟ ਟੀਨਏਜਰ ਸ਼ੁੱਡ ਬੀ ਰਿਕੁਆਇਰਡ to do unpaid community work in their free time. This can benefit teenagers and the community as well. To what extent do you agree or disagree? ਇਹਦੇ ਵਿੱਚ ਕੁਝ ਗੱਲਾਂ ਧਿਆਨ ਰੱਖਣ ਵਾਲੀਆਂ ਨੇ। ਸਭ ਤੋਂ ਪਹਿਲਾਂ ਟਾਸਕ ਨੂੰ ਸਮਝ ਲਓ। ਟਾਸਕ ਕੀ ਕਹਿ ਰਿਹਾ ਵੀ ਜਿਹੜੇ ਟੀਨਏਜਰ ਨੇ, ਜਿਨ੍ਹਾਂ ਦੀ ਉਮਰ ਮਤਲਬ ਕਿ ਜਿਨ੍ਹਾਂ ਵਿੱਚ ਟੀਨ ਲੱਗਦਾ ਹੁੰਦਾ ਨਾ, 13 ਤੋਂ ਸ਼ੁਰੂ ਹੋ ਜਾਂਦਾ, 13 ਤੋਂ 19 ਤੱਕ, ਹੈ ਨਾ। ਤਾਂ ਜਿਹੜੇ ਇਹ ਬੱਚੇ ਹੁੰਦੇ ਆ, ਕਹਿੰਦਾ ਇਹ ਏਜ ਗਰੁੱਪ ਆ, ਇਹਨਾਂ ਨੂੰ ਕੀ ਕਰਨਾ ਚਾਹੀਦਾ, ਅਨਪੇਡ ਕਮਿਊਨਿਟੀ ਵਰਕ, ਬਿਨਾਂ ਕਿਸੇ ਪੈਸਾ ਲਏ ਕਮਿਊਨਿਟੀ ਵਰਕ, ਸੋਸ਼ਲ ਵਰਕ ਕਰਨਾ ਚਾਹੀਦਾ ਆਪਦੇ ਫ੍ਰੀ ਟਾਈਮ ਦੇ ਵਿੱਚ। ਇਹਦੇ ਨਾਲ ਕਹਿੰਦਾ ਕੀ ਹੋਊਗਾ, ਇਹ ਉਹਨਾਂ ਦੀ ਦਿਸ ਕੈਨ ਬੈਨੀਫਿਟ ਟੀਨਏਜਰ ਨੂੰ ਬੈਨੀਫਿਟ ਕਰੂਗਾ ਅਤੇ ਕਮਿਊਨਿਟੀ ਨੂੰ ਵੀ ਬੈਨੀਫਿਟ ਕਰੂਗਾ। ਅਤੇ ਟਾਈਪ ਕਿਹੜੀ ਆ ਗਈ, ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ। ਕਈ ਵਾਰ ਟੂ ਵਟ ਐਕਸਟੈਂਟ ਆਉਂਦਾ ਹੁੰਦਾ ਗਾ। ਟੂ ਵਟ ਐਕਸਟੈਂਟ ਦੇ ਵਿੱਚ ਤੁਹਾਡੇ ਕੋਲੇ ਤਿੰਨ ਰਾਸਤੇ ਹੁੰਦੇ ਹੈਗੇ, ਤਿੰਨ ਰਾਸਤੇ ਹੁੰਦੇ ਆ ਤੁਹਾਡੇ ਕੋਲੇ ਟੂ ਵਟ ਐਕਸਟੈਂਟ ਦੇ। ਮੰਨ ਲਓ ਤੁਸੀਂ ਆਹ ਖੜੇ ਹੋ ਅਤੇ ਤੁਹਾਡੇ ਕੋਲੇ ਤਿੰਨ ਰਾਸਤੇ ਨੇ। ਜੇ ਤੁਹਾਨੂੰ ਟੂ ਵਟ ਐਕਸਟੈਂਟ ਐਗਰੀ ਔਰ ਡਿਸਐਗਰੀ ਆ ਜਾਂਦਾ, ਤੁਸੀਂ ਟੋਟਲੀ ਐਗਰੀ ਵੱਲ ਜਾ ਸਕਦੇ ਹੋ, ਤੁਸੀਂ ਟੋਟਲੀ ਡਿਸਐਗਰੀ ਵੱਲ ਵੀ ਜਾ ਸਕਦੇ ਹੋ। ਅਤੇ ਨਾਲ ਦੀ ਨਾਲ ਤੁਸੀਂ ਪਾਰਸ਼ਲੀ ਮਤਲਬ ਕਿ ਇੱਕ ਵਿੱਚ ਐਗਰੀ ਹੋ ਗਏ, ਦੂਜੇ ਵਿੱਚ ਡਿਸਐਗਰੀ ਹੋ ਗਏ। ਤੁਹਾਡੇ ਕੋਲ ਆਹ ਰਸਤਾ ਵੀ ਹੈਗਾ ਟੂ ਵਟ ਐਕਸਟੈਂਟ ਐਗਰੀ ਔਰ ਡਿਸਐਗਰੀ ਦੇ ਵਿੱਚ। ਆ ਗਈ ਗੱਲ ਸਮਝ। ਪਰ ਇੱਕ ਟਾਈਪ ਹੋਰ ਹੁੰਦੀ ਆ, ਉਹ ਸਿੱਧਾ ਹੀ ਕਹਿ ਦਿੰਦੇ ਆ ਡੂ ਯੂ ਐਗਰੀ ਔਰ ਡਿਸਐਗਰੀ, ਡੂ ਯੂ ਐਗਰੀ ਔਰ ਡਿਸਐਗਰੀ। ਇਹਦੇ ਵਿੱਚ ਤੁਹਾਡੇ ਕੋਲੇ ਬਸ ਇੱਕੋ ਹੀ ਰਸਤਾ ਗਾ, ਜਾਂ ਤਾਂ ਐਗਰੀ ਵੱਲ ਜਾਓ ਜਾਂ ਫਿਰ ਡਿਸਐਗਰੀ ਵੱਲ ਜਾਓ, ਠੀਕ ਹੈ। ਜੇ ਇੱਧਰ ਜਾਓਗੇ ਫਿਰ ਇਹਦੀ ਗੱਲ ਨਹੀਂ ਕਰ ਸਕਦੇ, ਜੇ ਇੱਧਰ ਵਾਗੇ ਮਤਲਬ ਕਿ ਜੇ ਇੱਧਰ ਵਾਗੇ ਫਿਰ ਇਹਦੀ ਗੱਲ ਨਹੀਂ ਕਰ ਸਕਦੇ। ਐਗਰੀ ਹੋ ਜਾਂ ਫਿਰ ਡਿਸਐਗਰੀ ਹੋਵੋ। ਆ ਗਈ ਗੱਲ ਸਮਝ।
ਤਾਂ ਇੰਨੀ ਕੁ ਕਹਾਣੀ ਜ਼ਰੂਰ ਸਮਝਾਉਣੀ ਸੀ, ਕਈ ਵਾਰ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ ਹੁੰਦੀ ਆ। ਤਾਂ ਸਭ ਤੋਂ ਪਹਿਲਾਂ ਇੰਟਰੋ ਲਿਖ ਲਈਏ, ਉਸ ਤੋਂ ਬਾਅਦ ਅਗਲੀ ਕਹਾਣੀ ਸ਼ੁਰੂ ਕਰਦੇ ਹਾਂ। ਕਹਿੰਦਾ ਇਟ ਇਜ਼ ਕਲੇਮਡ ਬਾਏ ਫਿਊ ਇੰਡੀਵਿਜੂਅਲ, ਕਹਿੰਦਾ ਫਿਊ ਇੰਡੀਵਿਜੂਅਲ ਕਲੇਮ ਕਰਦੇ ਨੇ, ਕਹਿੰਦਾ ਦੈਟ ਯੰਗਸਟਰ ਮਸਟ ਡੂ ਸੋਸ਼ਲ ਵਰਕ, ਕਹਿੰਦਾ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਮਸਟ ਯਾਨੀ ਕਿ ਜ਼ਰੂਰ ਸੋਸ਼ਲ ਵਰਕ ਕਰਨਾ ਚਾਹੀਦਾ ਐਟ ਫ੍ਰੀ ਆਫ ਕਾਸਟ, ਫ੍ਰੀ ਆਫ ਕਾਸਟ ਦੇ ਉੱਤੇ, ਹੈ ਨਾ। ਕਹਿੰਦਾ ਇਨ ਦੇਅਰ ਲੇਜ਼ਰ ਟਾਈਮ, ਫ੍ਰੀ ਨੂੰ ਕੀ ਲਿਖਤਾ, ਲੇਜ਼ਰ ਟਾਈਮ ਲਿਖਤਾ। ਕਹਿੰਦਾ ਆਈ ਕੰਪਲੀਟਲੀ ਐਗਰੀ ਵਿਦ ਦਿਸ, ਮੈਂ ਇਸ ਨੋਸ਼ਨ ਦੇ ਨਾਲ ਕੰਪਲੀਟਲੀ ਐਗਰੀ ਹੁੰਨਾ। ਐਂਡ ਇਨ ਅਪਕਮਿੰਗ ਪੈਰਾਗ੍ਰਾਫ ਆਈ ਵਿਲ ਐਕਸਪਲੇਨ ਮਾਈ ਵਿਊ ਪੁਆਇੰਟ, ਮੈਂ ਕਿਹਾ ਵੀ ਆਉਣ ਵਾਲੇ ਪੈਰਾਗ੍ਰਾਫ ਦੇ ਵਿੱਚ ਮੈਂ ਜਿਹੜੇ ਆਪਦੇ ਵਿਊ ਪੁਆਇੰਟ ਨੇ ਉਹ ਐਕਸਪਲੇਨ ਕਰ ਦੂੰਗਾ। ਬਹੁਤ ਹੀ ਸਿੰਪਲ ਜੀ ਲੈਂਗੁਏਜ ਵਿੱਚ ਇੰਟਰੋ ਕੰਪਲੀਟ ਕਰ ਦਿੱਤੀ ਗਈ ਆ। ਹੁਣ ਜਿਵੇਂ ਕਿ ਆਪਾਂ ਕਹਿੰਦੇ ਹਾਂ ਵੀ ਹਾਂ ਵੀ ਇਹਨਾਂ ਨੂੰ ਬੱਚਿਆਂ ਨੂੰ ਜਿਹੜਾ ਕਮਿਊਨਿਟੀ ਵਰਕ ਆ ਫ੍ਰੀ ਟਾਈਮ ਦੇ ਵਿੱਚ ਕਰਨਾ ਚਾਹੀਦਾ। ਕੀ ਪੁਆਇੰਟ ਹੋ ਸਕਦੇ ਨੇ ਵੀ ਜਦੋਂ ਕਰਨਗੇ ਤਾਂ ਮਤਲਬ ਕਿ ਇੱਕ ਰਿਸਪੋਂਸੀਬਲ ਬਣ ਜਾਣਗੇ, ਹੈ ਨਾ। ਬੈਡ ਐਕਟੀਵਿਟੀਜ਼, ਕ੍ਰਾਈਮ ਵਰਗੀਆਂ ਐਕਟੀਵਿਟੀਜ਼ ਤੋਂ ਦੂਰ ਰਹਿ ਸਕਦੇ ਹੈਗੇ। ਮਤਲਬ ਕਿ ਉਹਨਾਂ ਨੂੰ ਸੁਸਾਇਟੀ ਵਿੱਚ ਰਹਿਣ ਦੀ ਜਾਂਚ ਢੰਗ ਆ ਜੂਗੀ। ਮਤਲਬ ਕਿ ਇੱਦਾਂ ਦੀਆਂ ਨੋਰਮਲ ਜਿਹੀਆਂ ਗੱਲਾਂ ਹੀ ਆਪਾਂ ਕਰਨੀਆਂ ਨੇ। ਤਾਂ ਆਪਾਂ ਫਿਰ ਚੁੱਪ ਚਪੀਤੇ ਆਪਣਾ ਜਿਹੜਾ ਟਾਸਕ ਆ ਉਹ ਪੜ੍ਹਨਾ ਸ਼ੁਰੂ ਕਰ ਦਿਆਂਗੇ, ਤਾਂ ਦੇਖਦੇ ਹਾਂ ਕਿਹੜੇ ਪੁਆਇੰਟ ਆਪਾਂ ਐਡ ਕੀਤੇ ਹੋਏ ਆ। ਤਾਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਸਮ ਕ੍ਰਿਟੀਕਲ ਐਲੀਮੈਂਟ ਵਾਲੀ ਲਾਈਨ ਹੀ ਸੈੱਟ ਕੀਤੀ ਹੋਈ ਆ। ਕਹਿੰਦਾ ਸਮ ਕ੍ਰਿਟੀਕਲ ਐਲੀਮੈਂਟ ਆਰ ਐਸੋਸੀਏਟਡ ਵਿਦ ਦਿਸ ਨੋਸ਼ਨ ਦੈਟ ਬਾਏ ਕਮਿਊਨਿਟੀ ਵਰਕ ਇਜ਼ ਬੈਨੀਫਿਸ਼ੀਅਲ ਫਾਰ ਟੀਨੇਜਰ, ਵੀ ਕਿਉਂ ਜਿਹੜਾ ਕਮਿਊਨਿਟੀ ਵਰਕ ਆ ਉਹ ਬੱਚਿਆਂ ਦੇ ਲਈ ਬੈਨੀਫਿਟ ਆ। ਇਹਦੇ ਵਿੱਚ ਕੁਝ ਕਾਰਨ ਜੁੜੇ ਹੋਏ ਨੇ। ਕਾਰਨ ਕੀ ਨੇ? ਕਹਿੰਦਾ ਪਹਿਲਾ ਕੀ ਹੈਗਾ, ਫਸਟ ਐਂਡ ਫਾਰਮੋਸਟ ਲੱਗਿਆ ਹੋਇਆ। ਕਹਿੰਦਾ ਯੰਗ ਵਨਸ ਕੈਨ ਸਟੇ ਅਵੇ ਫਰੋਮ ਬੈਡ ਹੈਬਿਟਸ, ਉਹ ਕਹਿੰਦਾ ਮਾੜੀਆਂ ਆਦਤਾਂ ਤੋਂ ਦੂਰ ਰਹਿ ਸਕਦੇ ਆ। ਟੂ ਇਲੈਬੋਰੇਟ ਇਟ, ਕਹਿੰਦਾ ਇਹਨੂੰ ਇਲੈਬੋਰੇਟ ਕਰਦਾ। ਕਹਿੰਦਾ ਇਟ ਇਜ਼ ਟਰੂ ਦੈਟ ਵੈਨ ਯੰਗਸਟਰਸ ਆਰ ਫ੍ਰੀ, ਕਹਿੰਦਾ ਜਦੋਂ ਯੰਗਸਟਰ ਜਦੋਂ ਫ੍ਰੀ ਹੁੰਦੇ ਨੇ, ਕਹਿੰਦਾ ਦੇ ਵਿਜ਼ਿਟ ਆਊਟਸਾਈਡ, ਤਾਂ ਉਹ ਘਰ ਤੋਂ ਬਾਹਰ ਜਾਂਦੇ ਆ, ਬਾਹਰ ਨਿਕਲਦੇ ਆ, ਹੈ ਨਾ। ਐਂਡ ਐਟ ਪ੍ਰੈਜ਼ੈਂਟ ਟਾਈਮ ਸਮੋਕਿੰਗ, ਡਰਿੰਕਿੰਗ ਐਂਡ ਡਰੱਗਸ ਆਰ ਵੈਰੀ ਕਾਮਨ, ਕਹਿੰਦਾ ਅੱਜ ਦੇ ਟਾਈਮ ਦੇ ਵਿੱਚ ਸਮੋਕਿੰਗ ਹੋ ਗਈ, ਡਰਿੰਕਿੰਗ ਹੋ ਗਈ, ਡਰੱਗਸ ਹੋ ਗਈਆਂ, ਇਹ ਬਹੁਤ ਹੀ ਕਾਮਨ ਨੇ ਇਨ ਸੋਸਾਇਟੀ, ਸਮਾਜ ਦੇ ਵਿੱਚ, ਠੀਕ ਹੈ। ਕਹਿੰਦਾ ਟੀਨ ਏਜ ਇਜ਼ ਵੈਰੀ ਕ੍ਰੂਸ਼ੀਅਲ ਪਾਰਟ ਆਫ ਐਵਰੀ ਵਨ ਲਾਈਫ, ਕਹਿੰਦਾ ਜਿਹੜਾ ਟੀਨ ਏਜ ਹੁੰਦੀ ਹੈ ਨਾ, ਇਹ ਬਹੁਤ ਹੀ ਕ੍ਰੂਸ਼ੀਅਲ ਪਾਰਟ ਹੁੰਦਾ ਹਰ ਇੱਕ ਬੰਦੇ ਦੀ ਲਾਈਫ ਦਾ। ਕਹਿੰਦਾ ਵੈਨ ਯੂਥ ਫੇਸ, ਕਹਿੰਦਾ ਜਦੋਂ ਯੂਥ ਜਿਹੜੇ ਕਿ ਬੱਚੇ ਨੇ ਉਹ ਜਦੋਂ ਕਹਿੰਦਾ ਡਿਫੀਕਲਟੀ ਫੇਸ ਕਰਦੇ ਆ ਆਪਦੀ ਸਟੱਡੀ ਦੇ ਵਿੱਚ ਜਾਂ ਫਿਰ ਜੋਬ ਨੂੰ ਫਾਈਂਡ ਕਰਨ ਦੇ ਵਿੱਚ, ਕਹਿੰਦਾ ਇਟ ਇਜ਼ ਮੋਰ ਚਾਂਸਿਸ ਦੈਟ ਦੇ ਕੈਨ ਸਫਰ ਫਰੋਮ ਡਿਪਰੈਸ਼ਨ ਐਂਡ ਐਨਗਜ਼ਾਇਟੀ, ਕਹਿੰਦਾ ਕਾਫੀ ਚਾਂਸਿਸ ਨੇ ਵੀ ਉਹ ਡਿਪਰੈਸ਼ਨ ਅਤੇ ਐਨਗਜ਼ਾਇਟੀ ਤੋਂ ਸਫਰ ਕਰ ਸਕਦੇ ਆ। ਟੂ ਗੈਟ ਰਿਡ ਫਰੋਮ ਦਿਸ ਪ੍ਰੋਬਲਮ, ਟੂ ਗੈਟ ਰਿਡ ਫਰੋਮ ਦਾ ਕੀ ਆ ਵੀ ਇਹ ਤੋਂ ਛੁਟਕਾਰਾ ਪਾਉਣ ਦੇ ਲਈ, ਕਹਿੰਦਾ ਦੇ ਯੂਜ਼ਲੀ ਸਟਾਰਟ ਟੇਕਿੰਗ ਡਰੱਗਸ, ਕਹਿੰਦਾ ਕਈ ਵਾਰ ਉਹ ਦੇਖਿਆ ਗਿਆ ਵੀ ਉਹ ਡਰੱਗਸ ਲੈਣਾ ਸਟਾਰਟ ਕਰ ਦਿੰਦੇ ਆ। ਕਹਿੰਦਾ ਬਟ, ਕਹਿੰਦਾ ਪਰ, ਕਹਿੰਦਾ ਜੇ ਟੀਨਏਜਰ ਟੇਕ ਪਾਰਟੀਸਪੇਟ ਇਨ ਸੋਸ਼ਲ ਵਰਕ, ਕਹਿੰਦਾ ਜੇ ਉਹ ਸੋਸ਼ਲ ਵਰਕ ਦੇ ਵਿੱਚ ਪਾਰਟੀਸਪੇਟ ਕਰਨਗੇ, ਕਹਿੰਦਾ ਦੇ ਕੈਨ ਈਜ਼ਲੀ ਸਪੈਂਡ ਦੇਅਰ ਫ੍ਰੀ ਟਾਈਮ ਐਂਡ ਸਟੇ ਅਵੇ ਫਰੋਮ ਦੀਸ ਟਾਈਪ ਆਫ ਥਿੰਗ, ਕਹਿੰਦਾ ਆਪਦਾ ਈਜ਼ਲੀ ਆਪਦਾ ਜਿਹੜਾ ਫ੍ਰੀ ਟਾਈਮ ਆ ਸਪੈਂਡ ਕਰ ਸਕਣਗੇ ਅਤੇ ਇੱਦਾਂ ਦੀਆਂ ਚੀਜ਼ਾਂ ਤੋਂ ਦੂਰ ਰਹਿ ਸਕਣਗੇ। ਫਾਰ ਇੰਸਟੈਂਸ ਦੇ ਨਾਲ ਆਪਾਂ ਐਗਜ਼ਾਮਪਲ ਵੀ ਐਡ ਕਰਤੀ। ਕਹਿੰਦਾ ਇਟ ਇਜ਼ ਓਬਜ਼ਰਵਡ, ਕਹਿੰਦਾ ਇਹ ਓਬਜ਼ਰਵ ਕੀਤਾ ਗਿਆ ਬਿਹਾਰ ਦੇ ਵਿੱਚ। ਕਹਿੰਦਾ ਦੈਟ ਯੂਥ ਹੈਡ ਬਿਕਮ ਦਾ ਅਡਿਕਟਡ ਆਫ ਰੋਂਗ ਐਕਟੀਵਿਟੀਜ਼ ਡਿਊ ਟੂ ਅ ਲੈਕ ਆਫ ਐਜੂਕੇਸ਼ਨ ਐਂਡ ਜੋਬ, ਕਹਿੰਦਾ ਜਿਹੜਾ ਯੂਥ ਸੀ ਉਹ ਰੋਂਗ ਐਕਟੀਵਿਟੀ ਦਾ ਅਡਿਕਟ ਬਣ ਚੁੱਕਿਆ ਸੀ। ਕਾਹਦੀ ਘਾਟ ਕਰਕੇ? ਐਜੂਕੇਸ਼ਨ ਦੀ ਘਾਟ ਕਰਕੇ, ਜੋਬਸ ਦੀ ਘਾਟ ਕਰਕੇ। ਕਹਿੰਦਾ ਬਟ ਵਨ NGO ਸਟਾਰਟਡ, ਕਹਿੰਦਾ ਇੱਕ NGO ਨੇ ਕੀ ਕੀਤਾ, ਡੂਇੰਗ ਕਮਿਊਨਿਟੀ ਵਰਕ ਐਂਡ ਦੇ ਆਲਸੋ ਇਨਵਾਈਟਡ ਟੀਨੇਜਰ, ਅਤੇ ਨਾਲ ਦੀ ਨਾਲ ਉਹਨਾਂ ਨੇ ਕਮਿਊਨਿਟੀ ਵਰਕ ਸਟਾਰਟ ਕੀਤਾ ਅਤੇ ਨਾਲ ਦੀ ਨਾਲ ਕੀ ਕਰ ਲਿਆ, ਟੀਨੇਜਰਸ ਨੂੰ ਵੀ ਇਨਵਾਈਟ ਕੀਤਾ ਟੂ ਜੁਆਇਨ ਦਿਸ ਵਰਕ, ਵੀ ਆਹ ਕੰਮ ਨੂੰ ਜੁਆਇਨ ਕਰਨ ਦੇ ਲਈ। ਕਹਿੰਦਾ ਇਨ ਲਾਸਟ ਕਹਿ ਸਕਦੇ ਹਾਂ, ਐਜ਼ ਏ ਰਿਜ਼ਲਟ ਕਹਿ ਸਕਦੇ ਹਾਂ, ਕਹਿੰਦਾ 70% ਟੀਨੇਜਰ ਲੈਫਟ ਡੂਇੰਗ ਬੈਡ ਐਕਟੀਵਿਟੀਜ਼, ਤਾਂ 70% ਟੀਨੇਜਰ ਨੇ ਜਿਹੜੀਆਂ ਬੈਡ ਐਕਟੀਵਿਟੀ ਉਹ ਕਰਦੇ ਸੀ ਉਹ ਕਰਨੀਆਂ ਬੰਦ ਕਰ ਦਿੱਤੀਆਂ। ਹੋ ਗਈ ਐਗਜ਼ਾਮਪਲ ਵਧੀਆ ਐਡ। ਚਲੋ ਜੀ ਅੱਗੇ ਵੱਧਦੇ ਹਾਂ। ਕਹਿੰਦਾ ਅਨਦਰ ਸਟਰਾਈਕਿੰਗ ਫੈਕਟਰ ਇਜ਼ ਦੈਟ, ਹੋਰ ਕੀ ਆ, ਕਹਿੰਦਾ ਯੰਗ ਵਨਸ ਕੈਨ ਬਿਕਮ ਰਿਸਪੋਂਸੀਬਲ, ਕਹਿੰਦਾ ਉਹ ਰਿਸਪੋਂਸੀਬਲ ਬਣ ਜਾਣਗੇ ਉਹ ਆਫਟਰ ਡੂਇੰਗ ਕਮਿਊਨਿਟੀ ਵਰਕ, ਕਮਿਊਨਿਟੀ ਵਰਕ ਕਰਕੇ ਕਹਿੰਦਾ ਉਹ ਬਹੁਤ ਵਧੀਆ ਰਿਸਪੋਂਸੀਬਲ ਬਣ ਜਾਣਗੇ। ਦੇਖੋ ਕਿਵੇਂ ਹੁਣ, ਕਹਿੰਦਾ ਟੂ ਐਕਸਪਲੇਨ, ਕਹਿੰਦਾ ਇਨ ਅਨਪੇਡ ਸੋਸ਼ਲ ਵਰਕ, ਅਨਪੇਡ ਜਿੱਥੇ ਕੋਈ ਪੈਸਾ ਨਹੀਂ ਮਿਲਦਾ, ਕਹਿੰਦਾ ਵਲੰਟੀਅਰਸ ਡੂ ਨਾਟ ਹੈਵ ਐਨੀ ਟਾਈਪ ਆਫ ਗਰੀਡ ਆਫ ਮਨੀ, ਕਹਿੰਦਾ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਪੈਸੇ ਦਾ ਲਾਲਚ ਨਹੀਂ ਹੁੰਦਾ, ਕਿਉਂਕਿ ਪੈਸਾ ਜਦੋਂ ਮਿਲਣਾ ਹੀ ਨਹੀਂ, ਲਾਲਚ ਵੀ ਕਾਹਦਾ ਹੋਣਾ। ਕਹਿੰਦਾ ਐਜ਼ ਵੈਲ ਐਜ਼ ਦੇ ਡੂ ਆਲ ਵਰਕ ਵਿਦਾਊਟ ਐਨੀ ਗਾਈਡੈਂਸ ਆਫ ਸੀਨੀਅਰ ਮੈਂਬਰ, ਕਹਿੰਦਾ ਨਾਲ ਦੀ ਨਾਲ ਜਿਹੜਾ ਸਾਰਾ ਕੰਮ ਨੇ ਉਹ ਆਪ ਹੀ ਕਰਦੇ ਆ ਬਿਨਾਂ ਕਿਸੇ ਦੀ ਗਾਈਡੈਂਸ, ਸੀਨੀਅਰ ਮੈਂਬਰ ਦੀ ਗਾਈਡੈਂਸ ਤੋਂ, ਹੈ ਨਾ। ਬਿਕੋਜ਼ ਦੇ ਅੰਡਰਸਟੈਂਡ, ਕਿਉਂਕਿ ਉਹ ਸਮਝਦੇ ਨੇ ਦੇਅਰ ਰਿਸਪੋਂਸੀਬਿਲਿਟੀ, ਬਿਕੋਜ਼ ਦੇ ਅੰਡਰਸਟੈਂਡ ਦੇਅਰ ਰਿਸਪੋਂਸੀਬਿਲਿਟੀ, ਉਹ ਆਪਣਾ ਜਿਹੜਾ ਕਿ ਰਿਸਪੋਂਸੀਬਿਲਿਟੀ ਆ ਉਹਨੂੰ ਸਮਝਦੇ ਆ। ਕਹਿੰਦਾ ਦਿਸ ਥਿੰਗ ਹੈਲਪ ਟੀਨੇਜਰਸ ਇਨ ਦੇਅਰ ਫਿਊਚਰ ਲਾਈਫ, ਕਹਿੰਦਾ ਆਹ ਚੀਜ਼ ਉਹਨਾਂ ਨੂੰ ਹੈਲਪ ਕਰੂਗੀ ਫਿਊਚਰ ਲਾਈਫ ਦੇ ਵਿੱਚ। ਆਫਟਰ ਮੈਰਿਜ ਯੰਗ ਵਨਸ ਕੈਨ ਈਜ਼ਲੀ ਟੇਕ ਰਿਸਪੋਂਸੀਬਿਲਿਟੀ ਆਫ ਦੇਅਰ ਫੈਮਿਲੀ, ਵਿਆਹ ਤੋਂ ਬਾਅਦ ਕਹਿੰਦਾ ਆਪਦੀ ਉਹ ਫੈਮਿਲੀ ਦੀ ਰਿਸਪੋਂਸੀਬਿਲਿਟੀ ਬਹੁਤ ਈਜ਼ੀਲੀ ਲੈ ਸਕਦੇ ਆ, ਹੈ ਨਾ। ਮੋਰ ਓਵਰ ਇੱਕ ਪੁਆਇੰਟ ਹੋਰ ਐਕਸਪਲੇਨ ਕਰਤਾ,
ਕਹਿੰਦਾ ਚਿਲਡਰਨ ਆਰ ਦਾ ਫਿਊਚਰ ਆਫ ਅ ਕੰਟਰੀ, ਕਹਿੰਦਾ ਚਿਲਡਰਨ ਜਿਹੜਾ ਕਿ ਕੰਟਰੀ ਦਾ ਫਿਊਚਰ ਆ, ਐਂਡ ਦੇ ਵਿਲ ਬਿਕਮ ਪੋਲੀਟੀਸ਼ੀਅਨ ਇਨ ਫਿਊਚਰ ਲਾਈਫ, ਤੇ ਫਿਊਚਰ ਲਾਈਫ ਦੇ ਵਿੱਚ ਉਹਨਾਂ ਨੇ ਕੀ ਬਣਨਾਗਾ, ਪੋਲੀਟੀਸ਼ੀਅਨ ਬਣਨਾਗਾ, ਲੀਡਰ ਬਣਨਾ ਹੈ ਨਾ। ਕਹਿੰਦਾ ਇਟ ਇਜ਼ ਰਿਕੁਆਇਰਡ, ਕਹਿੰਦਾ ਇਹ ਜ਼ਰੂਰੀ ਹੈ, ਕਹਿੰਦਾ ਪੋਲੀਟੀਸ਼ੀਅਨ ਡੂ ਵਰਕ ਫਾਰ ਦਾ ਵੈਲਨੈਸ ਆਫ ਸੋਸਾਇਟੀ, ਜਿਹੜਾ ਪੋਲੀਟੀਸ਼ੀਅਨ ਆ ਉਹ ਸੁਸਾਇਟੀ ਦੀ ਵੈਲਨੈਸ ਦੇ ਲਈ ਕੰਮ ਕਰੇ, ਵਿਦਆਊਟ ਦੀ ਐਕਸਪੈਕਟੇਸ਼ਨ ਆਫ ਹਾਈ ਸੈਲਰੀਜ਼, ਕਿਹਦੀ ਐਕਸਪੈਕਟੇਸ਼ਨ ਤੋਂ ਬਿਨਾਂ, ਹਾਈ ਸੈਲਰੀਜ਼ ਦੀ ਐਕਸਪੈਕਟੇਸ਼ਨ ਤੋਂ ਬਿਨਾਂ ਉਹ ਕਹਿੰਦਾ ਕੰਮ ਕਰੇ ਹੈ ਨਾ। ਕਹਿੰਦਾ ਐਂਡ ਲੀਡਰ ਮਸਟ ਬੀ ਡੈਡੀਕੇਟਡ ਫਾਰ ਦੇਅਰ ਵਰਕ, ਜਿਹੜੇ ਲੀਡਰਸ ਨੇ ਉਹ ਵੀ ਡੈਡੀਕੇਟਡ ਹੋਣੇ ਚਾਹੀਦੇ ਆ ਵਰਕ ਦੇ ਲਈ। ਕਹਿੰਦਾ ਦੀਜ਼ ਆਰ ਦਾ ਸਕਿੱਲ, ਕਹਿੰਦਾ ਇਹ ਉਹ ਸਕਿੱਲ ਨੇ ਦੈਟ ਟੀਨੇਜਰ ਕੈਨ ਡਿਵੈਲਪ ਈਜ਼ੀਲੀ, ਜਿਹੜੇ ਟੀਨੇਜਰ ਬਹੁਤ ਹੀ ਈਜ਼ੀ ਤਰੀਕੇ ਨਾਲ ਡਿਵੈਲਪ ਕਰ ਸਕਦੇ ਆ, ਬਾਏ ਡੂਇੰਗ ਅਨਪੇਡ ਕਮਿਊਨਿਟੀ ਵਰਕ, ਕਿਵੇਂ ਕਰ ਸਕਦੇ ਆ, ਅਨਪੇਡ ਕਮਿਊਨਿਟੀ ਵਰਕ ਕਰਕੇ। ਕਹਿੰਦਾ ਫਾਰ ਇੰਸਟੈਂਸ ਐਗਜ਼ਾਮਪਲ ਐਡ ਕਰਤੀ, ਕਹਿੰਦਾ ਦੀ ਗਵਰਨਮੈਂਟ ਆਫ ਨਿਊਜ਼ੀਲੈਂਡ ਇਜ਼ ਬੈਸਟ ਇਨ ਦਾ ਵਰਲਡ, ਕਹਿੰਦਾ ਜਿਹੜੀ ਨਿਊਜ਼ੀਲੈਂਡ ਦੀ ਗਵਰਨਮੈਂਟ ਆ ਉਹ ਸਭ ਤੋਂ ਵਧੀਆ ਗਈ ਦੁਨੀਆ ਦੇ ਵਿੱਚ, ਐਂਡ ਇਟ ਇਜ਼ ਰੂਲ ਇਨ ਦੈਟ ਕੰਟਰੀ, ਕਹਿੰਦਾ ਉੱਥੇ ਇੱਕ ਰੂਲ ਆ ਦੈਟ ਸਕੂਲ ਚਿਲਡਰਨ, ਕਹਿੰਦੇ ਜਿਹੜੇ ਸਕੂਲ ਦੇ ਚਿਲਡਰਨ ਨੇ ਨੀਡ ਟੂ ਡੂ ਫ੍ਰੀ ਚੈਰਿਟੀ ਵਰਕ ਇਨ ਦੇਅਰ ਸਕੂਲ ਲਾਈਫ, ਮਤਲਬ ਕਿ ਸਕੂਲ ਲਾਈਫ ਦੇ ਵਿੱਚ ਉਹਨਾਂ ਨੂੰ ਚੈਰਿਟੀ ਵਰਕ ਕਰਨਾ ਪੈਂਦਾ, ਇਹ ਉੱਥੇ ਇੱਕ ਰੂਲ ਆ। ਕਹਿੰਦਾ ਇਹ ਚੀਜ਼ਾਂ ਫਿਰ ਕੰਮ ਕਰਦੀਆਂ ਨੇ ਜਦੋਂ ਅੱਗੇ ਜਾ ਕੇ ਉਹ ਪੋਲੀਟੀਸ਼ੀਅਨ ਬਣਦੇ ਆਗੇ, ਤਾਂ ਬਹੁਤ ਹੀ ਸਹੀ ਤਰੀਕੇ ਨਾਲ ਫਿਰ ਕੰਟਰੀ ਦੀ ਵੈਲਨੈਸ ਦੇ ਲਈ ਉਹ ਕੰਮ ਕਰਦੇ ਆ। ਕਨਕਲੂਜਨ ਕੀ ਆ ਜਾਊਗਾ, ਕਹਿੰਦਾ ਕਨਕਲੂਜਨ ਦੀ ਗੱਲ ਕਰੀਏ, ਕਹਿੰਦਾ ਆਲ ਦੋ, ਕਹਿੰਦਾ ਭਾਵੇਂ ਕਿ ਟੀਨੇਜਰ ਹੈਵ ਲੋਟ ਆਫ ਥਿੰਗਸ ਟੂ ਡੂ ਇਨ ਫ੍ਰੀ ਟਾਈਮ, ਕਹਿੰਦਾ ਭਾਵੇਂ ਕਿ ਟੀਨੇਜਰਸ ਕੋਲੇ ਬਹੁਤ ਜ਼ਿਆਦਾ ਚੀਜ਼ਾਂ ਨੇ ਫ੍ਰੀ ਟਾਈਮ ਦੇ ਵਿੱਚ ਕਰਨ ਦੇ ਲਈ, ਕਹਿੰਦਾ ਬਟ ਵੈਨ ਦੇ ਡੂ ਅਨਪੇਡ ਕਮਿਊਨਿਟੀ ਵਰਕ, ਕਹਿੰਦਾ ਪਰ ਜਦੋਂ ਅਨਪੇਡ ਕਮਿਊਨਿਟੀ ਵਰਕ ਕਰਦੇ ਨੇ, ਕਹਿੰਦਾ ਇਟ ਹੈਜ਼ ਮੋਰ ਬੈਨੀਫੀਸ਼ੀਅਲ ਫਾਰ ਦੈਮ ਐਂਡ ਸੁਸਾਇਟੀ, ਕਹਿੰਦਾ ਆ ਜਿਹੜਾ ਕਿ ਆ ਚੀਜ਼ ਆ ਇਟ ਇਜ਼ ਮੋਰ ਬੈਨੀਫੀਸ਼ੀਅਲ ਫਾਰ ਦੈਮ ਐਂਡ ਸੁਸਾਇਟੀ, ਤਾਂ ਇਹ ਉਹਨਾਂ ਦੇ ਲਈ ਜ਼ਿਆਦਾ ਫਾਇਦੇਮੰਦ ਆ, ਤੇ ਨਾਲ ਦੀ ਨਾਲ ਸੁਸਾਇਟੀ ਦੇ ਲਈ ਵੀ। ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਡਿਸਕਸ ਬੋਥ ਵਿਊ, ਪੋਜ਼ੀਟਿਵ ਐਂਡ ਨੈਗੇਟਿਵ ਡਿਵੈਲਪਮੈਂਟ, ਟੂ ਵਟ ਐਕਸਟੈਂਡ ਡੂ ਯੂ ਐਗਰੀ ਔਰ ਡਿਸਐਗਰੀ ਵਾਲੀ ਜਿਹੜੀ ਟਾਈਪ ਸੀ ਉਹ ਆਪਾਂ ਡਿਸਕਸ ਕਰ ਚੁੱਕੇ ਹਾਂ। ਉਮੀਦ ਕਰਦਾ ਵੀ ਡਾਊਟ ਕਲੀਅਰ ਹੋਏ ਹੋਣਗੇ, ਚੰਗੇ ਤਰੀਕੇ ਨਾਲ ਸਮਝ ਆਇਆ ਹੋਊਗਾ। ਜੋ ਟਾਈਪ ਰਹਿ ਗਈਆਂ ਆਉਣ ਵਾਲੇ ਦਿਨਾਂ ਵਿੱਚ ਕਵਰ ਕੀਤੀਆਂ ਜਾਣਗੀਆਂ। ਰਾਈਟਿੰਗ ਦਾ ਮੋਡਿਊਲ ਆਲਮੋਸਟ ਕਵਰ ਹੋਣ ਵਾਲਾ ਹੀ ਹੈ। ਉਸ ਤੋਂ ਬਾਅਦ ਦੇਖਾਂਗੇ ਵੀ ਕਿਹੜਾ ਮੋਡਿਊਲ ਸ਼ੁਰੂ ਕਰੀਏ, ਮਤਲਬ ਕਿ ਹਰ ਇੱਕ ਤਰੀਕੇ ਦੀ ਜੋ ਚੀਜ਼ ਜ਼ਰੂਰੀ ਹੈ ਤੁਹਾਡੇ ਲਈ ਪ੍ਰੋਵਾਈਡ ਕਰਵਾਉਣ ਦੀ ਪੂਰੀ ਤੋਂ ਪੂਰੀ ਕੋਸ਼ਿਸ਼ ਕੀਤੀ ਜਾਊਗੀ। ਔਨਲਾਈਨ ਕਲਾਸਿਸ ਦੇ ਲਈ ਦਰਵਾਜ਼ੇ ਖੁੱਲ੍ਹੇ ਨੇ, ਜਲਦੀ ਦੇ ਨਾਲ ਕੰਟੈਕਟ ਕਰੋ। ਥੈਂਕ ਯੂ ਸੋ ਮਚ।